ਸੋ ਯੈਸ, ਫਰੋਮ ਆਪਾਂ ਲਾਸਟ ਟਾਈਮ ਬੇਸਿਕ ਕਨਸੈਪਟਸ ਆਫ ਇਮਿਊਨੋਲੋਜੀ ਕੀਤਾ ਸੀ, ਉਹਦੇ ਵਿੱਚ ਆਪਾਂ ਇਹ ਦੇਖਿਆ ਸੀ ਵਾਟ ਇਜ਼ ਇਮਿਊਨਿਟੀ। ਸੋ ਮਨਪ੍ਰੀਤ, ਕੈਨ ਯੂ ਆਨਸਰ ਵਾਟ ਇਜ਼ ਇਮਿਊਨਿਟੀ? ਮੈਮ ਜਿੱਦਾਂ ਮਤਲਬ ਬੋਡੀ ਦੇ ਅਗੇਂਸਟ ਲੜਨ ਦੀ ਜਿਹੜੀ ਪਾਵਰ ਉਹਨੂੰ ਕਹਿੰਦੇ ਨੇ। ਹਾਂਜੀ, ਡਿਜ਼ੀਜ਼ ਰੈਜ਼ਿਸਟੈਂਸ, यानी कि डिजीज तो बीमारी तो बचा करना, दैट इज इम्यूनिटी। एंड देन द स्टडी ऑफ इम्यूनोलॉजी इज इम्यूनिटी। एंड what is how can we say that a person is immune? that means अगर कोई भी infected person या कोई हेल्दी पर्सन डिजीज फ्री है, यानी कि उसमें कोई बीमारी नहीं है, देन दैट पर्सन इज इम्यून। ठीक है। सो 3 ਲਾਈਨਸ ਆਫ ਡਿਫੈਂਸ ਹੁੰਦੀਆਂ ਨੇ ਬੇਸਿਕਲੀ। ਫਸਟ ਆਫ ਆਲ ਇਮਿਊਨ ਦੇ ਵਿੱਚ ਕੀ ਹੁੰਦਾ ਹੈ ਕਿ ਡਿਫਰੈਂਸ਼ੀਏਟ ਕਰਦਾ ਹੈ ਬਿਟਵੀਨ ਸੈਲਫ ਐਂਡ ਨਾਨ ਸੈਲਫ, ਆਪਣਾ ਇਮਿਊਨ ਸਿਸਟਮ, ਯਾਨੀ ਕਿ ਕਿਹੜੇ ਸੈਲਸ ਆਪਣੀ ਬੋਡੀ ਦੇ ਤੇ ਕਿਹੜੇ ਬਾਹਰਲੇ ਹੈ, ਕਿਹੜੇ ਫੋਰਨ ਹੈ। ਐਂਡ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦਾ ਐਂਟੀਜਨ ਐਂਡ ਐਂਟੀਬॉडी। ਐਂਟੀਜਨ ਜਿਹੜਾ ਫੋਰਨ ਸਬਸਟੈਂਸ ਆ ਕੇ ਆਪਣੀ ਬੋਡੀ ਦੇ ਅੰਦਰਲੇ ਸਿਸਟਮ ਨੂੰ, ਇਮਿਊਨ ਸਿਸਟਮ ਨੂੰ ਜਗਾਉਂਦਾ ਹੈ, ਸਟਿਮੂਲੇਟ ਕਰਦਾ ਹੈ, ਜਿਹਦੇ ਕਰਕੇ ਐਂਟੀਬॉडी ਦੀ ਫਾਰਮੇਸ਼ਨ ਹੁੰਦੀ ਹੈ ਆਪਣੀ ਬੋਡੀ ਦੇ ਵਿੱਚ। ਸੋ ਐਂਟੀਬॉडीज ਆਰ ਦ ਫੋਰਨ ਕੈਮੀਕਲਸ ਜੋ ਕਿ ਪ੍ਰੋਟੀਨਸ ਹੁੰਦੇ ਆ ਬੇਸਿਕਲੀ, ਐਂਡ ਉਹਨਾਂ ਨੂੰ ਇਮਿਊਨੋਗਲੋਬੂਲਿਨਸ ਵੀ ਕਿਹਾ ਜਾਂਦਾ ਹੈ। ਤੇ ਐਂਟੀਜਨ ਆਰ ਆਲਸੋ ਕਾਲਡ ਐਜ਼ ਐਂਟੀਬॉडी ਜਨਰੇਟਿੰਗ ਕੈਮੀਕਲਸ। ਕਿਉਂ? ਕਿਉਂਕਿ ਐਂਟੀਜਨ ਦੇ ਕਾਰਨ ਹੀ ਆਪਣੀ ਬੋਡੀ ਦੇ ਵਿੱਚ ਐਂਟੀਬॉडी ਬਣਦੀ ਹੈ। ਦੈਨ ਐਂਟੀਬॉडी ਜਿਹੜੀ ਆ ਉਹ ਪ੍ਰੋਟੀਨੇਸ਼ੀਅਸ ਹੁੰਦੀ ਹੈ, ਯਾਨੀ ਕਿ ਪ੍ਰੋਟੀਨਸ ਦੀ ਬਣੀ ਹੁੰਦੀ ਹੈ, ਐਂਡ ਇਟ ਇਜ਼ ਐਂਟੀਜਨ ਸਪੈਸੀਫਿਕ। ਦੈਟ ਮੀਨਸ ਕਿ ਹਰ ਡਿਫਰੈਂਟ ਤਰ੍ਹਾਂ ਦੇ ਐਂਟੀਜਨ ਲਈ, ਹਰ ਡਿਫਰੈਂਟ ਤਰ੍ਹਾਂ ਦੇ ਫੋਰਨ ਪਾਰਟੀਕਲ ਵਾਸਤੇ ਡਿਫਰੈਂਟ ਐਂਟੀਬॉडीज ਫਾਰਮ ਹੁੰਦੀਆਂ ਨੇ। ਐਂਡ ਦੈਨ ਅਬਾਊਟ ਐਂਟੀਜਨ, ਐਂਟੀਜਨ ਦੀ ਜਿਹੜਾ, ਜਿਵੇਂ ਆਪਾਂ ਇੱਥੇ ਵਾਇਰਸ ਦੀ ਗੱਲ ਕਰਦੇ ਹਾਂ ਤਾਂ ਉਹਦਾ ਕੈਪਸਿਡ ਹੁੰਦਾ ਜੋ ਕਿ ਪ੍ਰੋਟੀਨਸ ਦਾ ਬਣਿਆ ਹੁੰਦਾ। ਏਦਾਂ ਹੀ ਬੈਕਟੀਰੀਅਲ ਵਾਲ ਹੋ ਗਈ ਜਿੱਥੇ ਐਂਟੀਜਨਸ ਹੁੰਦੇ ਨੇ। ਐਂਡ ਐਂਟੀਜਨਸ ਕੀ ਪੋਲੀਸੈਕਰਾਈਡ ਮੋਲੀਕਿਊਲਸ ਹੁੰਦੇ ਨੇ। ਸੋ ਐਂਟੀਜਨਸ ਆਰ polysaccharides and antibodies are made up of proteins। ਤੇ ਆਪਾਂ ਇੱਥੇ ਐਗਜ਼ਾਮਪਲ ਦੀ ਗੱਲ ਕੀਤੀ ਸੀ ਜਿਹਦੇ ਵਿੱਚ ਸੀਗਾ ਕਿ ਐਂਟੀਜਨਸ ਦੀ ਸ਼ੇਪ ਹੁੰਦੀ ਹੈ, ਉਹਦੇ ਹਿਸਾਬ ਨਾਲ ਐਂਟੀਬॉडी ਬਣਦੀ ਹੈ। ਬੇਸਿਕਲੀ ਦਿਸ ਇਜ਼ ਲੌਕ ਐਂਡ ਕੀ ਹਾਈਪੋਥੀਸਿਸ ਕਿਹਾ ਜਾਂਦਾ ਹੈ ਕਿ ਹਰ ਇੱਕ ਤਾਲੇ ਦੀ ਚਾਬੀ ਜਿਵੇਂ ਡਿਫਰੈਂਟ ਹੁੰਦੀ ਹੈ, ਸੇਮ ਇਜ਼ ਅ ਥਿੰਗ ਵਿਦ ਐਂਟੀਜਨ ਐਂਡ ਐਂਟੀਬॉडी। ਹਰ ਡਿਫਰੈਂਟ ਤਰ੍ਹਾਂ ਦੇ ਐਂਟੀਜਨ ਵਾਸਤੇ ਡਿਫਰੈਂਟ ਤਰ੍ਹਾਂ ਦੀ ਐਂਟੀਬॉडी ਹੁੰਦੀ ਹੈ। ਦੈਟਸ ਵਾਈ ਇਟ ਇਜ਼ ਕਾਲਡ ਐਂਟੀਬॉडीज ਆਰ ਐਂਟੀਜਨ ਸਪੈਸੀਫਿਕ। ਐਂਡ ਇਹ ਇਸ ਰਿਐਕਸ਼ਨ ਨੂੰ ਜਦੋਂ ਐਂਟੀਜਨ ਐਂਟੀਬॉडी ਆ ਕੇ ਇੰਟਰੈਕਟ ਕਰਦੇ ਨੇ, ਉਹ ਆਪਣਾ ਕੰਮ ਕਰਦੇ ਨੇ, that is called antigen antibody reaction। then ਆਪਾਂ ਆ ਗਏ ਸੀ immunity ਤੇ। immunity basically ਦੋ ਤਰ੍ਹਾਂ ਦੀ ਹੁੰਦੀ ਹੈ, first is innate and second is acquired। ਆਪਾਂ innate ਦੀ ਗੱਲ ਕੀਤੀ ਸੀ and acquired ਦੀ ਆਪਾਂ ਹਜੇ ਕਰਨੀ ਹੈ। ਓਕੇ, ਸੋ innate immunity ਜਿਹੜੀ ਹੈ ਉਹ present from birth, ਜਨਮ ਤੋਂ ਹੀ ਆਪਣੇ ਅੰਦਰ ਹੁੰਦੀ ਹੈ। ਕਿੱਥੋਂ ਆਉਂਦੀ ਹੈ? ਆਪਣੀ ਮਦਰ ਤੋਂ ਆਉਂਦੀ ਹੈ, ਥਰੂ ਪਲੇਸੈਂਟਾ। ਜਦੋਂ ਹਜੇ ਬੱਚਾ ਬੋਰਨ ਨਹੀਂ ਹੋਇਆ ਹੁੰਦਾ, ਇਨਬੋਰਨ ਹੁੰਦੀ ਹੈ ਉਹ, ਆਲਰੇਡੀ ਮਤਲਬ ਲਾਈਫ ਟਾਈਮ ਦੇ ਵਿੱਚ ਐਕਵਾਇਰ ਨਹੀਂ ਕਰਦਾ। ਜੋ ਇੱਕ ਬੱਚਾ ਹੈ ਉਹਨੂੰ ਆਲਰੇਡੀ ਉਹਦੇ ਵਿੱਚ ਅੰਦਰ ਇੱਕ ਇਮਿਊਨਿਟੀ ਹੁੰਦੀ ਹੈ, ਦੈਟ ਇਜ਼ ਕਾਲਡ ਇਨੇਟ ਇਮਿਊਨਿਟੀ। ਐਂਡ ਸੈਕਿੰਡ ਇਜ਼ ਐਕਵਾਇਰਡ ਇਮਿਊਨਿਟੀ। ਸੋ ਫਸਟ ਆਫ ਆਲ ਇਨੇਟ ਇਮਿਊਨਿਟੀ 'ਚ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਡਿਜ਼ੀਜ਼ ਦੀ, ਜਿਵੇਂ ਕਾਲਰਾ ਦੇ ਅਗੇਂਸਟ, ਜਾਂ ਫਿਰ ਡੌਗਸ ਦੀ ਜਿਹੜੀ ਫੇਟਲ ਡਿਜ਼ੀਜ਼ ਹੁੰਦੀ ਹੈ ਉਹਦੇ ਅਗੇਂਸਟ ਆਪਣੇ ਅੰਦਰ ਥੋੜ੍ਹੀ ਜਿਹੀ ਇਮਿਊਨਿਟੀ ਹੁੰਦੀ ਹੈ। ਐਂਡ ਦੇਰ ਆਰ ਲਾਈਨਸ ਆਫ ਡਿਫੈਂਸ, 3 ਲਾਈਨਸ ਆਫ ਡਿਫੈਂਸ ਹੁੰਦੀਆਂ ਨੇ ਬੇਸਿਕਲੀ। ਆਪਾਂ ਇਹਦੇ ਇਮਿਊਨ, ਆਪਾਂ ਹਾਲੇ ਤੱਕ 2 ਦੀ ਗੱਲ ਕੀਤੀ ਸੀ, ਵਿਚ ਇਜ਼ ਫਸਟ ਐਂਡ ਸੈਕਿੰਡ। ਫਸਟ ਲਾਈਨ ਆਫ ਡਿਫੈਂਸ ਮਤਲਬ ਲਾਈਨ ਆਫ ਡਿਫੈਂਸ ਕੀ ਹੁੰਦਾ ਕਿ ਇਹਦੇ ਵਿੱਚ ਇੱਕ ਬੈਰੀਅਰਸ ਹੁੰਦੇ ਨੇ ਜਿਹਦੇ ਨਾਲ
ਜਿਹਦੇ ਕਰਕੇ ਰੁਕਾਵਟ ਪੈਦਾ ਕਰਦੇ ਨੇ ਫੋਰਨ ਪਾਰਟੀਕਲਸ ਨੂੰ ਆਪਣੀ ਬੋਡੀ ਦੇ ਅੰਦਰ ਆਉਣ ਤੋਂ। ਸੋ ਬੇਸਿਕਲੀ ਬੈਰੀਅਰਸ ਕਿਹੜੇ ਕਿਹੜੇ ਹੁੰਦੇ ਨੇ? ਫਿਜ਼ੀਕਲ ਬੈਰੀਅਰ ਹੋ ਗਿਆ, ਫਿਜ਼ੀਓਲੋਜੀਕਲ ਬੈਰੀਅਰ, ਸੈਲੂਲਰ ਬੈਰੀਅਰ ਐਂਡ ਸਾਈਟੋਕਾਈਨ ਬੈਰੀਅਰ। ਸੋ ਇਹ 4 ਤਰ੍ਹਾਂ ਦੇ ਬੈਰੀਅਰਸ ਹੁੰਦੇ ਨੇ। ਆਪਾਂ ਇਹਦੀ ਡਿਟੇਲ ਦੇ ਵਿੱਚ ਨਹੀਂ ਜਾਣਾ ਹਜੇ, ਜਸਟ ਵੀ ਸ਼ੁਡ ਨੋ what ਕਾਈਂਡ ਆਫ ਲਾਈਨਸ ਆਫ ਡਿਫੈਂਸ ਆਰ। ਇਨੇਟ ਇਮਿਊਨਿਟੀ ਦੇ ਵਿੱਚ ਫਸਟ ਤੇ ਸੈਕਿੰਡ ਲਾਈਨ ਆਫ ਡਿਫੈਂਸ ਕੰਮ ਕਰਦੀ ਹੈ। ਓਕੇ, ਐਂਡ ਇਹਦੇ ਵਿੱਚ ਫਸਟ ਲਾਈਨ ਆਫ ਡਿਫੈਂਸ ਕਿਹੜੀ ਹੁੰਦੀ ਹੈ? ਸਕਿਨ ਕਿਉਂ ਹੁੰਦੀ ਹੈ? ਕਿਉਂਕਿ ਉਹਦੇ ਅੰਦਰ ਐਪੀਡਰਮਲ ਲੇਅਰਸ ਹੁੰਦੀਆਂ ਨੇ, ਥਿਕ ਹੁੰਦੀ ਆ ਉਹਦੀ ਲਾਈਨਿੰਗ ਜਿਹੜੀ ਆ ਸਕਿਨ ਦੀ, ਉਹਦੇ ਅੰਦਰ ਪਾਰਟੀਕਲਸ ਜਾਣੇ ਡਿਫਿਕਲਟ ਹੁੰਦੇ, ਯਾਨੀ ਕਿ ਫੋਰਨ ਮਾਈਕਰੋਬਸ ਜਾਂ ਵਾਇਰਸ ਜਾਂ ਕੁਛ ਵੀ, ਮਤਲਬ ਸਕਿਨ ਦੇ ਥਰੂ ਕੋਈ ਵੀ ਐਸਾ ਪਾਰਟੀਕਲ ਐਂਟਰ ਨਹੀਂ ਕਰ ਸਕਦਾ। ਐਂਡ ਦੈਨ ਆ ਗਈ ਮਿਊਕਸ ਮੈਂਬਰੇਨ ਵੀ ਸਕਿਨ ਦੇ ਅੰਦਰ ਹੀ ਹੁੰਦੀ ਹੈ। ਐਂਡ ਸਿਕ੍ਰੀਸ਼ਨਸ ਆਫ ਸਕਿਨ ਐਂਡ ਮਿਊਕਸ ਮੈਂਬਰੇਨ। ਹੁਣ ਸਿਕ੍ਰੀਸ਼ਨਸ ਦੇ ਵਿੱਚ ਆਪਾਂ ਡਿਸਕਸ ਕੀਤਾ ਸੀਗਾ, ਜਿਵੇਂ ਪਸੀਨਾ ਹੋ ਗਿਆ। ਸੋ ਆਪਣੀ ਪੋਰਸ ਦੇ ਵਿੱਚੋਂ ਪਸੀਨਾ ਬਾਹਰ ਨਿਕਲਦਾ ਹੈ, ਉਹਦੇ ਨਾਲ ਕੀ ਹੁੰਦਾ ਹੈ? ਬੇਸਿਕਲੀ ਆਪਣੀ ਬੋਡੀ ਦੇ ਅੰਦਰੋਂ ਦੀ ਟੌਕਸਿਨਸ ਰਿਲੀਜ਼ ਹੁੰਦੇ ਨੇ, ਆਪਣੀ ਬੋਡੀ ਅੰਦਰੋਂ ਦੀ ਕਲੀਅਰ ਹੋ ਕੇ ਬਾਹਰ ਸਾਰਾ ਆਪਣਾ ਗੰਦ ਕੱਢ ਦਿੰਦੀ ਹੈ, ਟੌਕਸਿਨਸ ਨੂੰ ਕੱਢ ਦਿੰਦੀ ਹੈ। ਐਂਡ ਦੈਨ ਸੈਕਿੰਡ ਲਾਈਨ ਆਫ ਡਿਫੈਂਸ ਦੇ ਵਿੱਚ ਆ ਜਾਂਦਾ ਹੈ ਫੇਗੋਸਿਟਿਕ ਲਿਊਕੋਸਾਈਟਸ, ਯਾਨੀ ਕਿ WBCs ਹੁੰਦੇ ਨੇ, ਤੇ ਉਹ ਫੇਗੋਸਿਟਿਕ ਹੁੰਦੇ ਨੇ। ਦੈਟ ਮੀਨਸ ਕਿ ਉਹ ਇੰਜੈਸਟ ਕਰ ਲੈਂਦੇ ਨੇ ਫੋਰਨ ਪਾਰਟੀਕਲ ਨੂੰ, ਪੂਰੀ ਤਰ੍ਹਾਂ ਕਵਰ ਕਰਕੇ ਉਸਨੂੰ ਕਿਲ ਕਰ ਦਿੰਦੇ ਨੇ। ਐਂਡ ਦੈਨ ਆ ਗਏ ਐਂਟੀ ਮਾਈਕਰੋਬੀਅਲ ਪ੍ਰੋਟੀਨਸ, ਜੋ ਕਿ ਆਪਣੇ ਅੰਦਰ ਹੁੰਦੇ ਨੇ। ਫਿਰ ਆਪਣੀ ਬੋਡੀ ਦਾ ਇੱਕ ਇਨਫਲੇਮੇਟਰੀ ਰਿਸਪੌਂਸ ਹੁੰਦਾ, ਯਾਨੀ ਕਿ ਜਦੋਂ ਵੀ ਕੋਈ, ਜਿਵੇਂ ਕੋਈ ਜ਼ਖਮ ਹੋਇਆ, ਕੁਛ ਲੱਗਿਆ, ਆਪਣੇ ਸਮਝ ਲਓ ਭਰਿੰਡ ਨੇ ਕੱਟਿਆ, ਤਾਂ ਨਾਲ ਦੀ ਨਾਲ ਆਪਣੇ ਉਸ ਜਗ੍ਹਾ ਤੇ ਇਨਫਲੇਮੇਸ਼ਨ ਹੋ ਜਾਂਦੀ ਹੈ, ਤੇ ਨਾਲ ਹੀ ਉੱਥੇ ਰੈਡਨੈਸ ਹੋ ਜਾਂਦੀ ਹੈ। ਫਿਰ ਕਈ ਵਾਰੀ ਇਸ ਤਰ੍ਹਾਂ ਦੀ ਇਨਫਲੇਮੇਸ਼ਨ ਹੁੰਦੀ ਹੈ ਜਿਹਦੇ ਨਾਲ ਫੀਵਰ ਵੀ ਆ ਜਾਂਦਾ ਹੈ। ਸੋ ਦੀਜ਼ ਆਰ ਦ ਲਾਈਨਸ ਆਫ ਡਿਫੈਂਸ। ਆਪਣੀ ਬੋਡੀ ਦੇ ਵਿੱਚੋਂ ਟੌਕਸਿਨਸ ਬਾਹਰ ਕੱਢਣ ਵਾਸਤੇ ਇਹ ਸਾਰੇ ਤਰੀਕੇ ਯੂਜ਼ ਕਰਦੀ ਹੈ ਆਪਣੀ ਬੋਡੀ, ਆਪਣਾ ਇਮਿਊਨ ਸਿਸਟਮ। ਅੱਜ ਆਪਾਂ ਗੱਲ ਕਰਾਂਗੇ ਐਕਵਾਇਰਡ ਇਮਿਊਨ ਸਿਸਟਮ ਦੇ ਬਾਰੇ ਚ। ਐਕਵਾਇਰਡ ਇਮਿਊਨ ਸਿਸਟਮ ਦੇ ਵਿੱਚ ਕੀ ਹੁੰਦਾ ਹੈ? ਐਕਵਾਇਰਡ ਨੂੰ ਇੱਕ ਤਾਂ ਅਡੈਪਟਿਵ ਇਮਿਊਨਿਟੀ ਵੀ ਕਹਿ ਦਿੰਦੇ ਨੇ, ਅਡੈਪਟਿਵ ਇਮਿਊਨਿਟੀ ਕਹਿ ਦਿੰਦੇ ਨੇ। ਕਿਉਂ ਅਡੈਪਟਿਵ? ਅਡੈਪਟ ਕਰਨ ਦਾ ਮਤਲਬ ਕਿ ਲੈਣਾ। ਜ਼ਿੰਦਗੀ ਦੇ ਟਾਈਮ ਦੇ ਵਿੱਚ, ਆਪਣੀ ਲਾਈਫ ਦੇ ਚਲਦਿਆਂ, ਜਦੋਂ ਵੀ ਕੋਈ ਬਿਮਾਰੀ ਹੁੰਦੀ ਹੈ, ਉਸ ਟਾਈਮ ਤੇ ਉਸ ਬਿਮਾਰੀ ਦੇ ਹਿਸਾਬ ਨਾਲ ਆਪਣੀ ਬੋਡੀ ਦੇ ਵਿੱਚ ਇਮਿਊਨਿਟੀ ਡਿਵੈਲਪ ਹੁੰਦੀ ਹੈ, ਕਿ ਇੱਕ ਵਾਰੀ ਅਗਰ ਕੋਈ ਬਿਮਾਰੀ ਹੋ ਵੀ ਗਈ ਤਾਂ ਸੈਕਿੰਡ ਟਾਈਮ ਅਗਰ ਉਹੀ ਪਾਰਟੀਕਲ, ਉਹੀ ਮਾਈਕਰੋ ਬੈਕਟੀਰੀਆ, ਵਾਇਰਸ ਕੁਝ ਵੀ ਆ ਕੇ ਆਪਣੀ ਬੋਡੀ ਦੇ ਅੰਦਰ ਆਏਗਾ, ਆਪਣੀ ਬੋਡੀ ਦੇ ਸਿਸਟਮ ਨੂੰ ਹਿਲਾਉਣ ਦੀ ਕੋਸ਼ਿਸ਼ ਕਰੇਗਾ, ਤਾਂ ਆਪਣੀ ਬੋਡੀ ਉਸ ਦੇ ਅਗੇਂਸਟ ਐਕਟ ਕਰਕੇ, ਉਸਨੂੰ ਉਹਦੇ ਅਟੈਕ ਕਰਕੇ ਉਸਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰੇਗੀ, ਤੇ ਆਪਣੀ ਬੋਡੀ ਨੂੰ ਬਿਮਾਰੀ ਨਹੀਂ ਲਗਾਏਗੀ, ਸੋ ਬਿਮਾਰੀ ਤੋਂ ਬਚਾ ਕਰਨ ਦੀ ਕੋਸ਼ਿਸ਼ ਕਰੇਗੀ। ਐਂਡ ਇਹ ਇਮਿਊਨਿਟੀ ਬਰਥ ਤੋਂ ਪ੍ਰੈਜ਼ੈਂਟ ਨਹੀਂ ਹੁੰਦੀ। ਅ ਪਰਸਨ ਡਿਵੈਲਪਸ this immunity during the lifetime. It is developed in the organism in response to a disease caused by the infection of microbes or vaccine. So ਜੋ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਕਿਸੇ ਫੋਰਨ ਪਾਰਟੀਕਲ ਦੇ, ਮਾਈਕਰੋਬ ਦੇ, ਵੈਕਸੀਨ ਦੇ ਰਿਸਪੌਂਸ ਦੇ, ਉਸਨੂੰ ਜਵਾਬ ਦੇਣ ਦੇ ਵਿੱਚ ਆਪਣੇ ਅੰਦਰ ਉਹ ਇਮਿਊਨਿਟੀ ਨਾਲ ਨਾਲ ਡਿਵੈਲਪ ਹੁੰਦੀ ਹੈ। ਆਪਣੀ ਬੋਡੀ ਦੇ ਜਿਹੜੇ ਪ੍ਰੋਟੈਕਟਿਵ ਲਿੰਫੋਸਾਈਟਸ ਹੁੰਦੇ ਨੇ, ਉਹ ਐਂਟੀਬੋਡੀਜ਼ ਨੂੰ ਪ੍ਰੋਡਿਊਸ ਕਰਦੇ ਨੇ। ਸੋ ਲੈਟ ਮੀ ਡਿਸਕਸ ਹੇਅਰ। ਮੈਂ ਲਾਸਟ ਟਾਈਮ ਇਹ ਐਗਜ਼ਾਮਪਲ ਦੇ ਕੇ ਸਮਝਾਇਆ ਸੀ ਕਿ ਸਮਝ ਲਓ ਤੁਹਾਡੇ ਘਰ ਕੋਈ ਫੰਕਸ਼ਨ ਹੈ, ਐਂਡ ਤੁਹਾਨੂੰ ਪਤਾ ਹੈ ਕਿ ਤੁਹਾਡੇ ਰਿਸ਼ਤੇਦਾਰ ਕਿਹੜੇ ਨੇ, ਤੁਸੀਂ, ਤੁਹਾਡੀ ਗੇਟ ਤੇ ਡਿਊਟੀ ਹੈ, ਐਂਡ ਸਮਝ ਲਓ ਤੁਹਾਡੇ ਪੇਰੈਂਟਸ ਅੰਦਰ ਨੇ, ਰਿਸ਼ਤੇਦਾਰ ਆ ਰਹੇ ਆ, ਤੁਹਾਨੂੰ ਉਹਨਾਂ ਦੀ ਪਛਾਣ ਹੈ, ਪਰ ਕਿਤੇ ਤੁਹਾਨੂੰ ਲੱਗਦਾ ਕਿ ਮੈਨੂੰ ਸਾਰਿਆਂ ਦੀ ਪਛਾਣ ਨਹੀਂ ਹੈ, ਸੋ ਕੋਈ ਐਸਾ ਬੰਦਾ ਵੀ ਅੰਦਰ ਐਂਟਰ ਕਰਨ ਲੱਗਦਾ ਜਿਹੜਾ ਕਿ ਆਉਣਾ ਨਹੀਂ ਚਾਹੀਦਾ। ਸੋ ਤੁਸੀਂ ਕੀ ਕਰਦੇ ਹੋ? ਤੁਹਾਨੂੰ ਫਟਾਫਟ
ਤੁਹਾਡੇ ਪੇਰੈਂਟਸ ਤੁਹਾਨੂੰ ਆਵਾਜ਼ ਮਾਰਦੇ ਕਿ ਇਸ ਬੰਦੇ ਨੂੰ ਆਣ ਨਹੀਂ ਦੇਣਾ, ਰੋਕਣਾ ਹੈ ਨਾ। ਸੋ ਆਪਣੀ ਬੋਡੀ ਦਾ ਇਮਿਊਨ ਸਿਸਟਮ ਏਦਾਂ ਹੀ ਐਂਟੀਬਾਡੀਜ਼ ਰਿਲੀਜ਼ ਕਰਦਾ ਹੈ। ਸੋ ਤੁਹਾਡੇ ਪੇਰੈਂਟਸ ਹੋ ਗਏ ਇਮਿਊਨ ਸਿਸਟਮ, ਤੁਸੀਂ ਹੋ ਗਏ ਐਂਟੀਬਾਡੀਜ਼, ਤੁਸੀਂ ਰਿਲੀਜ਼ ਹੋਏ ਤੇ ਜੋ ਸਟ੍ਰੇਂਜਰ ਹੈ, ਜੋ ਬੰਦਾ ਅੰਦਰ ਨਹੀਂ ਆਣਾ ਚਾਹੀਦਾ, ਦੈਟ ਇਜ਼ ਦ ਐਂਟੀਜਨ, ਕਿਉਂਕਿ ਉਸ ਐਂਟੀਜਨ ਕਰਕੇ ਹੀ ਤੁਸੀਂ ਫਟਾਫਟ ਐਕਟੀਵੇਟ ਹੋਏ ਤਾਂ ਕਿ ਉਹਨਾਂ ਦੇ ਅਗੇਂਸਟ ਤੁਸੀਂ ਕੰਮ ਕਰ ਸਕੋ, ਠੀਕ ਹੈ, ਉਹਨਾਂ ਨੂੰ ਅੰਦਰ ਆਉਣ ਤੋਂ ਰੋਕ ਸਕੋ। ਸੋ ਇਹ ਤੁਹਾਡਾ ਮਕਸਦ ਹੈ। ਸੋ ਯੂ ਆਰ ਐਨ ਐਂਟੀਬਾਡੀ, ਦ ਸਟ੍ਰੇਂਜਰ ਇਜ਼ ਐਨ ਐਂਟੀਜਨ ਐਂਡ ਯੋਰ ਪੇਰੈਂਟਸ ਆਰ ਇਮਿਊਨ ਸਿਸਟਮ। ਸੋ ਏਦਾਂ ਕਰਕੇ ਤੁਸੀਂ ਇਸ ਚੀਜ਼ ਨੂੰ ਯਾਦ ਕਰ ਸਕਦੇ ਹੋ। ਆਈ ਥਿੰਕ ਹਾਂ ਮੈਂ ਇੱਥੇ ਬਣਾਇਆ, ਡਰਾ ਵੀ ਕੀਤਾ ਹੋਇਆ, ਠੀਕ ਹੈ। ਦਿਸ ਇਜ਼ ਦ ਇਮਿਊਨ ਸਿਸਟਮ ਸਮਝ ਲਓ, ਠੀਕ ਹੈ। then you are an antibody and antigen is the stranger। बस इस तरह करके याद रखना है, ठीक है। ਹੁਣ ਆਪਾਂ ਇੱਥੇ ਆਨੇ ਆ। ਸੋ acquired immunity ਜਿਹੜੀ ਹੈ develops during lifetime, ਠੀਕ ਹੈ। then ਆ ਜਾਂਦਾ, ਆਪਾਂ ਗੱਲ ਕਰ ਰਹੇ ਸੀ ਜਿਵੇਂ ਲਿਊਕੋਸਾਈਟਸ ਜਿਹੜੇ ਨੇ ਉਹ ਐਕਟ ਕਰਦੇ ਨੇ ਫਸਟ ਐਂਡ ਸੈਕਿੰਡ ਲਾਈਨ ਆਫ ਡਿਫੈਂਸ ਐਜ਼, ਹੈ ਨਾ, ਸੈਕਿੰਡ ਲਾਈਨ ਆਫ ਡਿਫੈਂਸ ਹੁੰਦੀ ਹੈ ਲਿਊਕੋਸਾਈਟਸ, ਆਪਾਂ ਇੱਥੇ ਗੱਲ ਕੀਤੀ ਸੀਗੀ। ਤੇ ਇਹ ਲਾਈਨਸ ਆਫ ਡਿਫੈਂਸ ਜਿਹੜੇ ਇਨੇਟ ਇਮਿਊਨਿਟੀ ਦੇ ਵਿੱਚ ਆਉਂਦੀਆਂ ਨੇ। ਐਕਵਾਇਰਡ ਇਮਿਊਨਿਟੀ ਦੇ ਵਿੱਚ ਕੌਣ ਕੰਮ ਕਰਦਾ ਹੈ? ਐਕਵਾਇਰਡ ਇਮਿਊਨਿਟੀ ਦੇ ਵਿੱਚ ਲਿੰਫੋਸਾਈਟਸ ਹੁੰਦੇ ਨੇ। ਸੋ ਥੀਸ ਲਿੰਫੋਸਾਈਟਸ ਪ੍ਰੋਡਿਊਸ ਐਂਟੀਬੋਡੀਜ਼, ਇਹ ਐਂਟੀਬੋਡੀਜ਼ ਬਣਾਉਂਦੇ ਨੇ and these antibodies inactivate the antigens। ਸੋ ਜੋ ਸਟ੍ਰੇਂਜਰ ਆਇਆ, ਜੋ ਬਾਹਰਲਾ ਬੰਦਾ ਆਇਆ, ਤੁਸੀਂ ਉਸਨੂੰ ਜਾ ਕੇ ਰੋਕਤਾ, ਉਹ ਤੁਸੀਂ ਉਸਨੂੰ ਇੰਨੀ ਚੰਗੀ ਤਰ੍ਹਾਂ ਘੁੱਟ ਕੇ ਫੜ ਲਿਆ ਕਿ ਉਹ ਹਿਲ ਨਹੀਂ ਸਕਦਾ, ਠੀਕ ਹੈ। that means ਉਹਨੂੰ inactivate ਕਰਤਾ। so you as an antibody inactivated the antigen। ਸੋ ਇਹ ਐਂਟੀਬਾਡੀਜ਼ ਕੀ ਕਰਦੀਆਂ ਨੇ? ਐਂਟੀਜਨ ਨੂੰ ਇਨਐਕਟੀਵੇਟ ਕਰ ਦਿੰਦੀਆਂ ਨੇ। ਨਾਓ ਫਿਰ ਜਿਹੜੀ ਵੀ ਕੋਈ ਇਨਫੈਕਸ਼ੀਅਸ ਡਿਜ਼ੀਜ਼ ਹੋਣੀ ਹੁੰਦੀ ਹੈ ਉਸ ਤੋਂ ਆਪਾਂ ਨੂੰ ਰਿਲੀਫ ਮਿਲ ਜਾਂਦਾ ਹੈ, ਬਚਾਅ ਹੋ ਜਾਂਦਾ ਹੈ। that means after inactivating the antigens our body is relieved from any kind of infectious disease। ਸੋ ਆਪਾਂ ਨੂੰ ਬਿਮਾਰੀ ਹੋਣ ਦਾ ਡਰ ਨਹੀਂ ਹੁੰਦਾ ਕਿਉਂਕਿ ਆਪਣੀ ਬੋਡੀ ਦੇ ਸਿਸਟਮ ਨੇ ਉਸਨੂੰ ਰੋਕ ਲਿਆ ਹੁੰਦਾ। ਨਾਓ ਇਹ ਸਿਰਫ ਵਨ ਟਾਈਮ ਨਹੀਂ ਹੁੰਦੀ, ਦਿਸ ਇਜ਼ ਫॉर ਆਲ ਟਾਈਮਸ। ਇੱਕ ਵਾਰੀ ਅਟੈਕ ਹੋ ਗਿਆ ਤਾਂ ਅੱਗੇ ਤੋਂ ਹਮੇਸ਼ਾ ਅਗਰ ਦੁਬਾਰਾ ਵੀ ਅਟੈਕ ਕਰਨ ਦੀ ਕੋਸ਼ਿਸ਼ ਕਰਨਗੇ ਫੋਰਨ ਪਾਰਟੀਕਲਸ ਤਾਂ ਆਪਣਾ ਇਮਿਊਨ ਸਿਸਟਮ ਉਸ ਅਗੇਂਸਟ ਵੀ ਇਮਿਊਨਿਟੀ ਪ੍ਰੋਵਾਈਡ ਕਰੇਗਾ। ਆਪਣਾ ਐਕਵਾਇਰਡ ਇਮਿਊਨਿਟੀ ਉਸ ਟਾਈਮ ਵੀ ਵਰਤੇਗੀ ਆਪਣੀ ਬੋਡੀ, ਠੀਕ ਹੈ। ਨਾਓ ਸਮ ਐਂਟੀਬਾਡੀ ਪ੍ਰੋਡਿਊਸਿੰਗ ਸੈਲਸ ਜਿਹੜੇ ਨੇ ਉਹ ਐਜ਼ ਮੈਮਰੀ ਸੈਲਸ ਕਾਫੀ ਲੰਬੇ ਸਮੇਂ ਤੱਕ ਬਣੇ ਰਹਿੰਦੇ ਨੇ। ਸੋ ਇਹ ਹਾਂ ਦਿਸ ਪੁਆਇੰਟ ਇਜ਼ ਵੈਰੀ ਇੰਪੋਰਟੈਂਟ। ਕਿਉਂ ਹਰ ਵਾਰ ਹੀ ਕਿਉਂ ਬਚਾਅ ਹੋਏਗਾ? ਕਿਉਂਕਿ ਕੁਝ ਸੈਲਸ ਐਸੇ ਹੁੰਦੇ ਨੇ which are memory cells। these memory cells ਹਮੇਸ਼ਾ ਯਾਦ ਰੱਖਦੇ ਨੇ। ਸਮਝ ਲਓ ਤੁਹਾਡੇ ਨਾਲ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਐਂਟੀਬਾਡੀਜ਼ ਹੋ, ਐਂਟੀਜਨ ਨੇ ਆ ਕੇ ਅਟੈਕ ਕੀਤਾ ਤਾਂ ਤੁਹਾਡੇ ਅੰਦਰ, ਤੁਹਾਡੀ ਦਿਮਾਗ ਦੇ ਵਿੱਚ ਉਹ ਬੈਠ ਗਿਆ ਕਿ ਹਾਂ ਇਹ ਬੰਦਾ ਨਹੀਂ ਆਉਣਾ ਚਾਹੀਦਾ ਅੱਗੇ ਤੋਂ, ਹੈ ਨਾ, ਨੇੜੇ ਤੇੜੇ ਵੀ ਨਹੀਂ ਦਿਖਣਾ ਚਾਹੀਦਾ। ਸੋ ਏਦਾਂ ਹੀ ਐਂਟੀਬਾਡੀਜ਼ ਦੇ ਮੈਮਰੀ ਸੈਲਸ, ਐਂਟੀਬਾਡੀਜ਼ ਜਿਹੜੇ ਨੇ ਕੁਛ ਐਂਟੀਬਾਡੀਜ਼ ਦੀ ਜਗ੍ਹਾ ਕੁਛ ਐਂਟੀਬਾਡੀਜ਼ ਹੁੰਦੀਆਂ ਨੇ, ਕੁਛ ਮੈਮਰੀ ਸੈਲਸ ਹੁੰਦੇ ਨੇ। ਸੋ ਉਹ ਮੈਮਰੀ ਸੈਲਸ ਹਮੇਸ਼ਾ ਯਾਦ ਰੱਖਦੇ ਨੇ ਫॉर ਲੌਂਗਰ ਪੀਰੀਅਡ ਕਿ ਅੱਗੇ ਤੋਂ ਇਸ ਫੋਰਨ ਪਾਰਟੀਕਲ ਤੋਂ ਹਮੇਸ਼ਾ ਮੈਂ ਬਚਾ ਰੱਖਣਾ ਹੈ।
ਐਂਡ ਐਂਟੀਬਾਡੀਜ਼ ਇਮੀਡੀਏਟਲੀ ਪ੍ਰੋਡਿਊਸ ਹੁੰਦੀਆਂ ਨੇ ਆਫਟਰ ਸੈਕਿੰਡ ਇਨਫੈਕਸ਼ਨ, ਤਾਂ ਕਿ ਉਸ ਅਟੈਕ ਨੂੰ ਰੋਕਿਆ ਜਾ ਸਕੇ। ਠੀਕ ਹੈ ਜੀ। ਮੈਮਰੀ ਸੈਲਸ ਜਿਹੜੇ ਨੇ ਉਹਨੂੰ ਯਾਦ ਰੱਖ ਲੈਂਦੇ ਨੇ। ਦੈਨ ਅਗਰ ਸੈਕਿੰਡ ਟਾਈਮ ਅਟੈਕ ਹੁੰਦਾ ਤਾਂ ਫਿਰ ਐਂਟੀਬਾਡੀਜ਼ ਜਨਰੇਟ ਕਰਦੇ ਨੇ। ਠੀਕ ਹੈ, ਪ੍ਰੋਡਿਊਸ ਐਂਟੀਬਾਡੀਜ਼। ਐਂਡ ਕਦੋਂ ਪ੍ਰੋਡਿਊਸ ਹੁੰਦੀਆਂ ਨੇ ਐਂਟੀਬਾਡੀਜ਼, ਇਸ ਚੀਜ਼ ਦਾ ਇਹ ਹਮੇਸ਼ਾ ਯਾਦ ਰੱਖਣੀ ਹੈ, ਕੁਐਸਚਨ ਵੀ ਪੁੱਛਿਆ ਜਾ ਸਕਦਾ ਹੈ। ਆਫਟਰ ਸੈਕਿੰਡ ਇਨਫੈਕਸ਼ਨ, ਦੂਜੀ ਵਾਰ ਜਦੋਂ ਇਨਫੈਕਸ਼ਨ ਹੋਣ ਲੱਗਦਾ ਹੈ ਤਾਂ ਐਂਟੀਬਾਡੀਜ਼ ਪ੍ਰੋਡਿਊਸ ਹੁੰਦੀਆਂ ਨੇ। ਫਸਟ ਟਾਈਮ ਤਾਂ ਹੋ ਗਿਆ, ਫਸਟ ਟਾਈਮ ਮੈਮਰੀ ਸੈਲਸ ਨੇ ਯਾਦ ਰੱਖ ਲਿਆ। ਦੈਨ ਸੈਕਿੰਡ ਟਾਈਮ ਅਗਰ ਫਿਰ ਤੋਂ ਅਟੈਕ ਹੁੰਦਾ ਹੈ ਤਾਂ ਐਂਟੀਬਾਡੀਜ਼ ਪ੍ਰੋਡਿਊਸ ਹੁੰਦੀਆਂ ਨੇ, ਫਿਰ ਉਸ ਇਨਫੈਕਸ਼ਨ ਤੋਂ ਆਪਣਾ ਬਚਾਅ ਕਰਦੀਆਂ ਨੇ। ਸੋ ਐਕਵਾਇਰਡ ਇਮਿਊਨਿਟੀ ਜਿਹੜੀ ਹੈ ਉਹ ਦੋ ਚੀਜ਼ਾਂ ਨਾਲ ਕਰੈਕਟਰਾਈਜ਼ ਹੁੰਦੀ ਹੈ। ਫਰਸਟ ਇਜ਼ ਪੈਥੋਜਨ ਸਪੈਸਿਫਿਸਿਟੀ ਐਂਡ ਸੈਕਿੰਡ ਇਜ਼ ਮੈਮਰੀ। ਲੈਟ ਮੀ ਰਾਈਟ। ਦੋ ਕੈਰੈਕਟਰਿਸਟਿਕਸ ਨੇ ਐਕਵਾਇਰਡ ਇਮਿਊਨਿਟੀ ਦੇ। characteristics of acquired immunity, acquired ਜਾਂ ਫਿਰ adaptive immunity, ਜੋ ਵੀ ਤੁਸੀਂ ਲਿਖਣਾ ਹੈ। ਦੋ characteristics ਨੇ what, ਕਿਸ ਕਿਸ ਚੀਜ਼ ਤੋਂ ਪਤਾ ਲੱਗ ਸਕਦਾ ਹੈ ਕਿ ਹਾਂ this is, ਇਹ ਆਪਣੇ ਅੰਦਰ acquired immunity work ਕਰ ਰਹੀ ਹੈ। so these are first of all pathogen specificity, यानी कि स्पेसिफिक पैथोजन वास्ते, पैथोजन यानी कि ਉਹ डिजीज कॉजिंग माइक्रो ऑर्गेनिज्म, पर्टिकुलर माइक्रो ऑर्गेनिज्म वास्ते विच इज एन एंटीजन, ਉਹਦੇ ਵਾਸਤੇ particular antibody ਬਣੇਗੀ। that's why it's called pathogen specificity। specific यानी कि खास, पैथोजन वास्ते खास। so this is the first characteristic। then second is memory, यानी कि याददाश्त। ਉਹ ਯਾਦ ਰੱਖਦਾ ਹੈ ਕਿ ਹਾਂ ਇਹ ਐਂਟੀਜਨ ਸੀ ਜਿਸ ਨੂੰ ਮੈਂ ਅੱਗੇ ਤੋਂ ਐਂਟਰ ਨਹੀਂ ਹੋਣ ਦੇਣਾ, ਇਸ ਦੇ ਅਗੇਂਸਟ ਮੈਂ ਵਰਕ ਕਰਨਾ ਹੈ। ਸੋ ਐਕਵਾਇਰਡ ਇਮਿਊਨਿਟੀ ਟੈਂਪਰੇਰੀ ਵੀ ਹੋ ਸਕਦੀ ਹੈ ਤੇ ਪਰਮਾਨੈਂਟ ਵੀ ਹੋ ਸਕਦੀ ਹੈ। ਓਕੇ, ਦੋ ਤਰ੍ਹਾਂ ਦੀ ਹੋ ਸਕਦੀ ਹੈ ਐਕਵਾਇਰਡ ਇਮਿਊਨਿਟੀ, ਟੈਂਪਰੇਰੀ ਐਜ਼ ਵੈਲ ਐਜ਼ ਪਰਮਾਨੈਂਟ। ਟੈਂਪਰੇਰੀ ਦੇ ਵਿੱਚ ਸੌਰੀ ਟੈਂਪਰੇਰੀ ਐਜ਼ ਵੈਲ ਐਜ਼ ਪਰਮਾਨੈਂਟ। ਟੈਂਪਰੇਰੀ ਦੇ ਵਿੱਚ ਕਿਹੜੀ ਕਿਹੜੀ ਡਿਜ਼ੀਜ਼ ਆਪਾਂ ਕਾਊਂਟ ਕਰ ਸਕਦੇ ਹਾਂ, ਇਹਦੇ ਵਿੱਚ ਆ ਸਕਦਾ ਹੈ ਐਗਜ਼ਾਮਪਲ ਲੈ ਸਕਦੇ ਹਾਂ ਇਨਫਲੂਐਂਜ਼ਾ। ਸੋ ਇਨਫਲੂਐਂਜ਼ਾ ਵਾਸਤੇ ਆਪਣੀ ਮੈਮਰੀ ਸੈਲਸ ਇਹਨੂੰ ਯਾਦ ਨਹੀਂ ਰੱਖਦੇ, ਇਹ ਵਾਰ-ਵਾਰ ਹੋ ਸਕਦਾ ਹੈ। ਪਰਮਾਨੈਂਟ ਮੈਮਰੀ ਕਿਹੜੀ ਕਿਹੜੀ ਕਿਹਦੇ ਕਿਹਦੇ ਵਾਸਤੇ ਕੰਮ ਕਰਦੀ ਹੈ, that is ਐਗਜ਼ਾਮਪਲ ਆਪਾਂ ਲਗਾ ਸਕਦੇ ਹਾਂ ਕਿਹੜੀ ਕਿਹੜੀ ਬਿਮਾਰੀਆਂ ਵਾਸਤੇ। ਮੀਜ਼ਲਸ ਹੋ ਗਏ, ਮਮਪਸ ਹੋ ਗਏ, ਪੋਲੀਓ ਹੋ ਗਈ ਐਂਡ ਸਮॉल पॉक्स। ठीक है जी। सो ये कुछ बीमारियां ने जिन्हां वास्ते परमानेंट काम करती है अपनी एक्वायर्ड इम्यूनिटी। ठीक है जी। क्यों, लाइक टैंपरेरी एंड परमानेंट। टैंपरेरी दे विच ਉਹ ਵਾਰ-ਵਾਰ ਉਹ ਯਾਦ ਨਹੀਂ ਰੱਖਦਾ ਹਰ ਵਾਰੀ, ਸੋ ਵਾਰ-ਵਾਰ ਹੋ ਸਕਦਾ ਇਨਫਲੂਐਂਜ਼ਾ। ਪਰਮਾਨੈਂਟ ਦੇ ਵਿੱਚ ਵਾਰ, ਸੋ ਆਪਾਂ ਸ਼ਾਇਦ ਤੁਸੀਂ ਵੀ ਸੁਣਿਆ ਹੋਏ ਕਿ ਇਹ ਕਿਹਾ ਜਾਂਦਾ ਹੈ ਸਮॉल पॉक्स ਜਾਂ ਮੀਜ਼ਲਸ, ਇਹ ਜਦੋਂ ਬਿਮਾਰੀ ਹੁੰਦੀ ਹੈ ਦੁਬਾਰਾ ਨਹੀਂ ਹੁੰਦੀ, ਇੱਕ ਵਾਰੀ ਹੋ ਜੇ ਲਾਈਫ ਟਾਈਮ ਦੇ ਵਿੱਚ ਤਾਂ ਦੁਬਾਰਾ ਕਦੇ ਨਹੀਂ ਹੁੰਦੀ। ਸੋ ਕਿਉਂ, ਕਿਉਂਕਿ ਆਪਣੇ ਐਕਵਾਇਰਡ ਇਮਿਊਨਿਟੀ ਦੇ ਮੈਮਰੀ ਸੈਲਸ ਉਸ ਬਿਮਾਰੀ ਨੂੰ, ਉਸ ਐਂਟੀਜਨ ਨੂੰ ਯਾਦ ਰੱਖ ਲੈਂਦੇ ਨੇ। ਨਾਓ ਇਹ ਮੇਨ ਟਾਈਪਸ ਨਹੀਂ ਹੈ ਟੈਂਪਰੇਰੀ ਤੇ ਪਰਮਾਨੈਂਟ, ਇਹ ਆਪਾਂ ਜਸਟ ਜਨਰਲ ਗੱਲ ਕਰ ਸਕਦੇ ਹਾਂ। ਬਟ ਐਕਵਾਇਰਡ ਇਮਿਊਨਿਟੀ ਦੀ ਜੋ ਮੇਨ ਟਾਈਪਸ ਨੇ ਉਹ ਆਪਾਂ ਅੱਗੇ ਗੱਲ ਕਰਦੇ ਹਾਂ। ਦੋ ਤਰ੍ਹਾਂ ਦੀ ਹੁੰਦੀ ਹੈ ਐਕਵਾਇਰਡ ਇਮਿਊਨਿਟੀ। ਕੈਨ ਯੂ ਟੈਲ, ਕੈਨ ਐਨੀਬਡੀ ਟੈਲ?
एक्टिव एंड पैसिव चीज। हाँ जी, पैसिव। हाँ जी, एक्टिव एंड पैसिव, वेरी गुड। एक्टिव एंड पैसिव इम्यूनिटी, ठीक है। व्हाट इज एक्टिव इम्यूनिटी? कैन एनीबडी आंसर? किसी ਨੂੰ पता है व्हाट इज एक्टिव इम्यूनिटी या इसका होर की नेम है? प्लीज से नो इफ नहीं पता। सो एक्टिव इम्यूनिटी ਨੂੰ ਨੈਚੁਰਲ ਇਮਿਊਨਿਟੀ ਵੀ ਕਿਹਾ ਜਾਂਦਾ ਹੈ। It is also called, also known as natural immunity. So ਏਦਾਂ ਹੀ ਪੈਸਿਵ ਦਾ ਉਲਟਾ ਲਾਈਕ ਨੈਚੁਰਲ ਦਾ ਉਲਟਾ ਕੀ ਹੋਏਗਾ? ਪੈਸਿਵ ਨੂੰ ਉਸਦਾ ਉਲਟਾ ਕਹਿੰਦੇ ਨੇ। ਐਕਟਿਵ ਦਾ ਉਲਟਾ ਪੈਸਿਵ ਹੋਇਆ, ਨੈਚੁਰਲ ਦਾ ਉਲਟਾ ਕੀ ਹੋਇਆ? ਆਨਸਰ? ਹਾਂਜੀ, ਆਰਟੀਫਿਸ਼ੀਅਲ, ਗੁੱਡ। ਸੋ ਪੈਸਿਵ ਨੂੰ ਆਰਟੀਫਿਸ਼ੀਅਲ ਇਮਿਊਨਿਟੀ ਵੀ ਕਿਹਾ ਜਾਂਦਾ ਹੈ। ਹੁਣ ਆਪਾਂ ਇਹਦੇ ਬਾਰੇ ਗੱਲ ਕਰਦੇ ਹਾਂ। ਐਕਟਿਵ ਜਾਂ ਨੈਚੁਰਲ ਇਮਿਊਨਿਟੀ ਤਾਂ ਉਹੀ ਹੋਈ ਜਿਹੜੀ ਡਿਵੈਲਪ ਹੁੰਦੀ ਹੈ ਐਂਟੀਬਾਡੀਜ਼ ਦੇ ਦੁਆਰਾ ਤੇ ਲੌਂਗ ਲਾਸਟਿੰਗ ਹੁੰਦੀ ਹੈ। ਸੋ ਹੇਅਰ ਵੀ ਕੈਨ ਰਾਈਟ ਐਕਟਿਵ ਇਮਿਊਨਿਟੀ ਇਜ਼ ਲੌਂਗ ਲਾਸਟਿੰਗ ਤੇ ਆਪਣੀ ਐਂਟੀਬਾਡੀਜ਼ ਡਿਵੈਲਪ ਕਰਦੀਆਂ ਨੇ ਤੇ ਆਪਣੇ ਬੋਡੀ ਦੇ ਆਪਣੇ ਹੀ ਸੈੱਲ ਜੋ ਕਿ ਐਂਟੀਬਾਡੀਜ਼ ਪ੍ਰੋਡਿਊਸ ਕਰਦੇ ਨੇ, ਠੀਕ ਹੈ। ਡਿਵੈਲਪਡ ਬਾਈ ਐਂਟੀਬਾਡੀਜ਼। ਐਂਟੀਬਾਡੀਜ਼ ਕੌਣ ਪ੍ਰੋਡਿਊਸ ਕਰਦਾ ਹੈ? ਐਂਟੀਬਾਡੀਜ਼ ਪ੍ਰੋਡਿਊਸ ਕਰਦੇ ਨੇ ਆਪਣੇ ਬੋਡੀ ਦੇ ਹੀ ਸੈੱਲ। ਨਾਓ ਤਿੰਨ ਤਰ੍ਹਾਂ ਨਾਲ ਡਿਵੈਲਪ ਹੁੰਦੀ ਹੈ ਐਕਟਿਵ ਜਾਂ ਫਿਰ ਨੈਚੁਰਲ ਇਮਿਊਨਿਟੀ। ਕਿਹੜੇ ਕਿਹੜੇ ਤਰੀਕੇ ਨੇ? ਫਸਟ ਇਜ਼ ਕਿ ਅਗਰ ਆਪਾਂ ਨੂੰ ਬਿਮਾਰੀ ਉਹ ਵਾਲੀ ਹੁੰਦੀ ਹੈ ਤਾਂ ਤਿੰਨ ਤਰੀਕੇ ਨੇ। ਫਸਟ ਇਜ਼ ਬਾਈ ਹੈਵਿੰਗ ਦ ਡਿਜ਼ੀਜ਼। ਅਗਰ ਉਹ ਬਿਮਾਰੀ ਹੋਏਗੀ ਤਾਂ ਆਪਾਂ ਨੂੰ ਡਿਵੈਲਪ ਹੋਏਗੀ ਇਮਿਊਨਿਟੀ। ਸੈਕਿੰਡ ਇਜ਼ ਸਬ ਕਲੀਨਿਕਲ ਇਨਫੈਕਸ਼ਨ। ਸਬ ਕਲੀਨਿਕਲ ਇਨਫੈਕਸ਼ਨ ਦੇ ਵਿੱਚ ਅਗਰ ਸਪੋਜ਼ ਕਰੋ ਵੈਕਸੀਨ ਲੱਗੀ ਹੈ, ਜੇ ਤੁਹਾਡੇ ਚੋਂ ਕਿਸੇ ਨੇ ਵੈਕਸੀਨ ਲਗਵਾਈ ਹੋਵੇ ਤਾਂ ਵੈਕਸੀਨ ਲੱਗਣ ਤੋਂ ਬਾਅਦ ਚ ਕਿਉਂ ਮਤਲਬ ਵੈਕਸੀਨ ਲਗਾਣੀ ਕਿਉਂ ਜ਼ਰੂਰੀ ਹੈ? ਡੂ ਯੂ ਨੋ ਅਬਾਊਟ ਦੈਟ? ਕੋਈ ਐਕਸਪਲੇਨ ਕਰ ਸਕਦਾ ਕਿਉਂ ਵੈਕਸੀਨ ਲਗਵਾ ਰਹੇ ਨੇ? I think immunity system ਨੂੰ strong ਬਣਾਉਣ ਲਈ। ਯੈਸ, ਇਮਿਊਨਿਟੀ ਤਾਂ ਸਟਰੋਂਗ ਹੋਏਗੀ, ਪਰ ਇਮਿਊਨਿਟੀ ਸਟਰੋਂਗ ਕਰਕੇ ਕੀ ਹੋਏਗਾ? ਵੈਕਸੀਨ ਕਿਸ ਵਾਸਤੇ ਲਗਵਾ ਰਹੇ ਆ? ਕਿਸੇ ਪਾਰਟਿਕੂਲਰ ਬਿਮਾਰੀ ਵਾਸਤੇ, ਕਿਸ ਵਾਸਤੇ? ਤੇ ਉਹ ਜੇ ਬਿਮਾਰੀ ਵਾਸਤੇ ਲਗਵਾ ਰਹੇ ਆ ਤਾਂ ਉਹਦੇ ਵਿੱਚ ਐਸਾ ਕੀ ਹੈ ਕਿ ਇਮਿਊਨਿਟੀ ਡਿਵੈਲਪ ਹੋਏਗੀ? ਜੇ ਕੁਛ ਥੋੜਾ ਬਹੁਤ ਕਿਸੇ ਨੇ ਪੜਿਆ ਹੋਵੇ ਕੁਛ ਐਕਸਟਰਾ ਜਾਂ ਕੁਛ ਕੋਈ ਵੀਡੀਓ ਦੇਖੀ ਹੋਵੇ, ਕੋਈ ਆਈਡੀਆ ਹੋਵੇ ਇਹਦੇ ਬਾਰੇ, then you can tell. No ma'am. Okay, let me tell you. ਵੈਕਸੀਨ ਦੇ ਨਾਲ ਕੀ ਹੁੰਦਾ ਹੈ? ਸਪੋਜ਼ ਹੁਣ ਜਿਵੇਂ ਸਾਰਿਆਂ ਨੂੰ ਪਤਾ ਹੈ ਕਰੋਨਾ ਦੀ ਵੈਕਸੀਨ ਹੈ। ਕਰੋਨਾ ਦੀ ਵੈਕਸੀਨ ਕੀ ਹੈ? ਇਟ ਇਜ਼ ਐਨ ਐਂਟੀਜਨ ਸਪੈਸੀਫਿਕ ਐਂਟੀ ਬੋਡੀ ਆਪਣੇ ਬੋਡੀ ਦੇ ਵਿੱਚ ਪ੍ਰੋਡਿਊਸ ਕਰਨ ਵਾਸਤੇ। ਆਪਾਂ ਨੂੰ ਅਸਲ ਦੇ ਵਿੱਚ ਇਨਫੈਕਸ਼ਨ ਜਾਂ ਕਰੋਨਾ ਬਿਮਾਰੀ ਨਹੀਂ ਹੋਈ, ਪਰ ਫਿਰ ਵੀ ਸਾਰੇ ਇਹ ਚਾਹੁੰਦੇ ਨੇ ਕਿ ਆਪਣੇ ਅੰਦਰ ਐਂਟੀਬਾਡੀਜ਼ ਪ੍ਰੋਡਿਊਸ ਹੋਣ ਤਾਂ ਕਿ ਅਗਰ ਆਪਣੀ ਬੋਡੀ ਤੇ ਅਟੈਕ ਕਰਨ ਦੀ ਕੋਸ਼ਿਸ਼ ਵੀ ਕਰੇ ਉਹ ਵਾਇਰਸ, ਤਾਂ ਆਪਣੇ ਅੰਦਰ ਉਹ ਵਾਇਰਸ ਜਾ ਨਾ ਸਕੇ ਪ੍ਰੋਪਰਲੀ। ਆਪਣਾ ਕੰਮ ਜੋ ਉਹ ਆਪਣੇ ਬੋਡੀ ਦੇ ਅੰਦਰ ਹਲਚਲ ਪੈਦਾ ਕਰਨਾ ਚਾਹੁੰਦਾ ਉਹ ਨਾ ਕਰ ਸਕੇ। ਉਹ ਕਿਸ ਤਰ੍ਹਾਂ ਹੋਏਗਾ? ਵੈਕਸੀਨ ਦੇ ਵਿੱਚ ਐਸਾ ਕੀ ਹੈ? ਵੈਕਸੀਨ ਦੇ ਵਿੱਚ ਜਿਸ ਆਰਗੈਨਿਜ਼ਮ ਤੋਂ ਆਪਾਂ ਨੂੰ ਵਾਇਰਸ ਹੁੰਦਾ ਹੈ ਉਸੀ ਆਰਗੈਨਿਜ਼ਮ ਨੂੰ ਕਿਲ ਕਰਕੇ ਉਸਦੇ ਅੰਦਰ ਦਾ ਜੋ RNA ਹੈ, ਪ੍ਰੋਟੀਨ ਹੈ, ਉਸਨੂੰ ਆਲਟਰ ਕਰਕੇ
ਆਰਐਨਏ ਵੈਕਸੀਨ ਬਣਾਈ ਜਾਂਦੀ ਹੈ, ਏਦਾਂ ਹੀ ਹੋਰ ਵੀ ਇਨਫੈਕਸ਼ਨਸ ਲਈ ਜਿਨ੍ਹਾਂ ਵਾਸਤੇ ਵੈਕਸੀਨ ਲੱਗਦੀ ਹੈ। ਉਸ ਵਾਇਰਸ ਦਾ ਆਰਐਨਏ ਲੈ ਕੇ ਵੈਕਸੀਨ ਬਣਾਈ ਜਾਂਦੀ ਹੈ। ਉਸ ਆਰਐਨਏ ਨੂੰ ਥੋੜਾ ਜਿਹਾ ਮੋਡੀਫਾਈ ਕਰਦੇ ਨੇ, ਮਿਊਟੇਸ਼ਨ ਵਗੈਰਾ ਕਰਦੇ ਨੇ, ਕੁਝ ਐਸੀ ਜੀਨ ਪਾਉਂਦੇ ਨੇ ਤੇ ਫਿਰ ਉਹਦੇ ਨਾਲ ਵੈਕਸੀਨ ਬਣਾਉਂਦੇ ਨੇ। ਉਹ ਵੈਕਸੀਨ ਜਦੋਂ ਆਪਣੀ ਬਾਡੀ ਦੇ ਵਿੱਚ ਲੱਗਦੀ ਹੈ ਤਾਂ ਆਪਣੀ ਬਾਡੀ ਦੇ ਵਿੱਚ ਉਸਦਾ ਜੋ ਵਾਇਰਸ ਦਾ ਸਿਸਟਮ ਕੁਝ ਐਸਾ, ਜੋ ਵੀ ਵਾਇਰਸ ਦਾ ਕੁਝ ਫੰਕਸ਼ਨ ਹੈ, ਆਪਣੀ ਬਾਡੀ ਨਾਲ ਉਸਦੀ ਜਾਣ ਪਛਾਣ ਹੁੰਦੀ ਹੈ ਕਿ ਵਾਇਰਸ ਐਵੇਂ ਦਾ ਹੋਏਗਾ। ਅਸਲ ਦੇ ਵਿੱਚ ਆਪਣੇ ਅੰਦਰ ਵਾਇਰਸ ਨਹੀਂ ਗਿਆ, ਪਰ ਆਪਣੀ ਬਾਡੀ ਨੂੰ ਜਾਣ ਪਛਾਣ ਕਰਾਈ ਜਾ ਰਹੀ ਹੈ ਕਿ ਉਹ ਵਾਇਰਸ ਕਿਵੇਂ ਦਾ ਹੋਏਗਾ। ਤੂੰ ਪਹਿਲਾਂ ਹੀ ਆਪਣੀ ਬਾਡੀ ਨੂੰ ਕਿਹਾ ਜਾ ਰਿਹਾ ਹੈ ਕਿ ਤੂੰ ਪਹਿਲਾਂ ਹੀ ਐਂਟੀਬਾਡੀਜ਼ ਉਹਦੇ ਵਾਸਤੇ ਬਣਾ ਕੇ ਰੱਖ ਲੈ ਕਿ ਜਦ ਐਕਚੁਅਲ ਦੇ ਵਿੱਚ ਉਹ ਤੇਰੇ ਉੱਪਰ ਅਟੈਕ ਕਰਨ ਦੀ ਕੋਸ਼ਿਸ਼ ਕਰੇ। ਸਮਝ ਲਓ ਮਨਪ੍ਰੀਤ ਇਜ਼ ਅ ਵੈਕਸੀਨ, ਠੀਕ ਹੈ, ਤੇ ਲక్ష్ਮੀ ਇਜ਼ ਵਾਇਰਸ ਐਂਡ ਸੁਜਾਨ ਇਜ਼ ਦ ਮੇਨ ਬਾਡੀ ਜਿਸ ਤੇ ਆਪਾਂ ਐਕਸਪੈਰੀਮੈਂਟ ਕਰਨਾ ਹੈ, ਠੀਕ ਹੈ। ਹੁਣ ਸੁਜਾਨ ਦੇ ਮਨਪ੍ਰੀਤ ਨਾਮ ਦੀ ਵੈਕਸੀਨ ਲੱਗੀ। ਮਨਪ੍ਰੀਤ ਨਾਮ ਦੀ ਵੈਕਸੀਨ ਦੇ ਵਿੱਚ ਐਕਚੁਅਲੀ ਕਰੋਨਾ ਵਾਇਰਸ ਦਾ ਆਰਐਨਏ ਸੀਗਾ, ਪਰ ਉਸ ਆਰਐਨਏ ਐਗਜ਼ੈਕਟਲੀ ਉਦਾਂ ਦਾ ਉਦਾਂ ਚੱਕ ਕੇ ਨਹੀਂ ਪਾਇਆ, ਥੋੜਾ ਜਿਹਾ ਉਹਦੇ ਵਿੱਚ ਚੇਂਜਸ ਕਰਕੇ ਪਾਇਆ। ਸੋ ਸੁਜਾਨ ਬਾਡੀ ਹੈ, ਸੁਜਾਨ ਦੇ ਵਿੱਚ ਮਨਪ੍ਰੀਤ ਨਾਮ ਦੀ ਵੈਕਸੀਨ ਲੱਗੀ ਤਾਂ ਜਿਹੜੀ ਲక్ష్ਮੀ ਹੈ ਉਹ ਵਾਇਰਸ ਹੈ। ਉਸ ਵਾਇਰਸ ਚੋਂ ਆਰਐਨਏ ਕੱਢ ਕੇ ਮਨਪ੍ਰੀਤ ਨਾਮ ਦੀ ਵੈਕਸੀਨ ਬਣਾਈ ਗਈ ਸੀ, ਠੀਕ ਹੈ। ਹੁਣ ਸੁਜਾਨ ਦੇ ਅੰਦਰ ਜਦੋਂ ਵੈਕਸੀਨ ਗਈ ਤਾਂ ਸੁਜਾਨ ਦੀ ਜਾਣ ਪਛਾਣ ਹੋ ਗਈ ਉਸ ਕਰੋਨਾ ਵਾਇਰਸ ਦੇ ਨਾਲ। ਕਿਵੇਂ ਹੋਈ? ਕਿਉਂਕਿ ਕਰੋਨਾ ਵਾਇਰਸ ਦਾ ਆਰਐਨਏ ਜਿਹੜਾ ਸੀਗਾ ਉਹ ਸੁਜਾਨ ਦੇ ਅੰਦਰ ਚਲਾ ਗਿਆ। ਸੁਜਾਨ ਦੇ ਬਾਡੀ ਦੇ ਜਿਹੜੇ ਸੈਲਸ ਸੀਗੇ, ਹੁਣ ਸਮਝ ਲਓ ਲక్ష్ਮੀ ਜਿਹੜੀ ਆ ਉਹ ਸੁਜਾਨ ਦੇ ਬਾਡੀ ਦੇ ਸੈੱਲ ਨੇ। ਹੁਣ ਲక్ష్ਮੀ ਨੇ ਮਨਪ੍ਰੀਤ ਜਿਹੜਾ ਹੈ ਉਹ ਆਰਐਨਏ ਹੈ, ਵਾਇਰਸ ਦਾ ਇੱਕ ਦੂਜਾ ਰੂਪ ਕਹਿ ਲਓ, ਠੀਕ ਹੈ। ਹੁਣ ਸੁਜਾਨ ਦੇ ਸੈੱਲ ਯਾਨੀ ਕਿ ਲక్ష్ਮੀ ਨੇ ਮਨਪ੍ਰੀਤ ਨਾਲ ਜਾਣ ਪਛਾਣ ਕਰ ਲਈ, ਫਰੈਂਡਸ ਬਣਾ ਕੇ ਇੱਕ ਦੂਜੇ ਬਾਰੇ ਜਾਣ ਲਿਆ ਕਿ ਕੌਣ ਕਿਵੇਂ ਦਾ ਹੈ। ਫਿਰ ਸੁਜਾਨ ਦਾ ਸੈੱਲ ਲక్ష్ਮੀ ਨੇ ਦੇਖਿਆ ਕਿ ਹਾਂ ਮਨਪ੍ਰੀਤ ਐਵੇਂ ਦੀ ਹੈ, ਉਹਦੇ ਬਾਰੇ ਜਾਣ ਪਛਾਣ ਕਰਕੇ ਹੁਣ ਉਹਨੇ ਸੋਚਿਆ ਕਿ ਜਦ ਅਸਲ ਦੇ ਵਿੱਚ ਵਾਇਰਸ ਆ ਕੇ ਮੇਰੇ ਨਾਲ ਅਟੈਕ ਕਰੇਗਾ, ਸੁਜਾਨ ਦੇ ਸੈੱਲ ਨੇ ਸੋਚਿਆ ਹੈ ਨਾ, ਤਾਂ ਮੈਂ ਉਸ ਨੂੰ ਕਿਵੇਂ ਬਾਹਰ ਕੱਢਣਾ ਹੈ, ਕਿਵੇਂ ਆਪਣੀ ਬਾਡੀ ਦੇ ਅੰਦਰ ਆਉਣ ਤੋਂ ਰੋਕਣਾ ਹੈ। ਤਾਂ ਉਸਨੇ ਐਂਟੀਬਾਡੀ ਆਲਰੇਡੀ ਪ੍ਰੋਡਿਊਸ ਕਰਕੇ ਰੱਖ ਲਈ, ਪਰ ਐਕਚੁਅਲ ਦੇ ਵਿੱਚ ਉਹ ਆਪਣੇ ਅੰਦਰ ਬਿਮਾਰੀ ਨਹੀਂ ਆਈ। ਸਾਰਿਆਂ ਨੂੰ ਇਹ ਚੀਜ਼ ਕਲੀਅਰ ਹੋਈ? ਕਨਫਿਊਜ਼ਿੰਗ ਤਾਂ ਨਹੀਂ ਹੋਇਆ ਕਿਸੇ ਨੂੰ? No, ma'am. Is that clear? ਓਕੇ ਗੁੱਡ। ਬਾਕੀਆਂ ਨੂੰ ਕਲੀਅਰ ਹੋ ਗਿਆ? ਹਾਂਜੀ ਮੈਮ। ਓਕੇ ਗੁੱਡ। ਸੋ ਤੀਜਾ ਤਰੀਕਾ ਕੀ ਹੈ ਕਿ ਮਾਈਕਰੋ ਆਰਗੈਨਿਜ਼ਮਸ ਨੂੰ ਕਿਲ ਕਰਤਾ। ਕਿਲਡ ਮਾਈਕਰੋ ਆਰਗੈਨਿਜ਼ਮਸ ਵੈਸੇ ਦੋਨੋਂ ਨੇੜੇ ਤੇੜੇ ਨੇ, ਸਬ ਕਲੀਨਿਕਲ ਇਨਫੈਕਸ਼ਨ ਤੇ ਕਿਲਡ ਮਾਈਕਰੋ ਆਰਗੈਨਿਜ਼ਮ। ਕਿਲਡ ਮਾਈਕਰੋ ਆਰਗੈਨਿਜ਼ਮ ਦੇ ਵਿੱਚ ਉਹ ਵੈਕਸੀਨ ਆ ਜਾਂਦੀ ਹੈ, ਜਿਵੇਂ ਇੱਥੇ ਐਗਜ਼ਾਮਪਲ ਦਿੱਤੀ ਹੋਈ ਸੀ ਤੁਹਾਡੀ ਬੁੱਕ ਦੇ ਵਿੱਚ, ਸਾਲਕ ਵੈਕਸੀਨ ਦੀ ਅਗੇਂਸਟ ਪੋਲੀਓ, ਠੀਕ ਹੈ। ਇਹ ਐਗਜ਼ਾਮਪਲ ਸੀਗੀ ਕਿਲਡ ਮਾਈਕਰੋ ਆਰਗੈਨਿਜ਼ਮ ਦੇ ਵਿੱਚ। ਦਿਸ ਵੈਕਸੀਨ ਇਜ਼ ਅਗੇਂਸਟ ਪੋਲੀਓ। ਸਬ ਕਲੀਨਿਕਲ ਇਨਫੈਕਸ਼ਨ ਦੇ ਵਿੱਚ ਦੋਨੋਂ ਚੀਜ਼ਾਂ ਹੋ ਸਕਦੀਆਂ। ਵੈਕਸੀਨ ਦੇਣ ਤੋਂ ਬਾਅਦ ਚ ਜਦੋਂ ਇੱਕ ਪ੍ਰਭਾਵ ਪੈਂਦਾ ਹੈ ਕਿ ਵੈਕਸੀਨ ਲੱਗਣ ਤੋਂ ਬਾਅਦ ਜਿਵੇਂ ਕਹਿੰਦੇ ਆ ਕਿ ਹਾਂ ਬੁਖਾਰ ਹੋਏਗਾ, ਆਪਣੀ ਬਾਡੀ ਜਿਵੇਂ ਤੁਹਾਨੂੰ ਪਿੱਛੇ ਦੱਸਿਆ ਸੀ ਕਿ ਇਨਫਲੇਮੇਟਰੀ ਰਿਸਪੌਂਸ ਪ੍ਰੋਡਿਊਸ ਕਰਦੀ ਹੈ। ਰਿਸਪੌਂਸ ਕਿਉਂ ਪ੍ਰੋਡਿਊਸ ਕਰਦੀ ਹੈ ਇਨਫਲੇਮੇਟਰੀ? ਕਿਉਂਕਿ ਉਹਨੂੰ ਉੱਥੇ ਹੀ ਵੂੰਡ ਦੇ ਵਿੱਚ, ਜ਼ਖਮ ਦੇ ਵਿੱਚ ਇਕੱਠਾ ਕਰਕੇ ਤੇ ਬਾਹਰ ਕੱਢਣ ਦੀ ਕੋਸ਼ਿਸ਼ ਕਰਦੀ ਹੈ। ਇਸ ਤਰ੍ਹਾਂ ਹੀ ਇਹ ਇੱਕ ਰਿਸਪੌਂਸ ਹੁੰਦਾ ਜਦੋਂ ਵੈਕਸੀਨ ਲੱਗਦੀ ਹੈ। ਜਦੋਂ ਵੈਕਸੀਨ ਲੱਗਦੀ ਹੈ ਤਾਂ
ਇਹ ਆਪਣੀ ਬੋਡੀ ਦਾ ਇੱਕ ਰਿਸਪੌਂਸ ਹੁੰਦਾ ਕਿ ਹਾਂ ਬੁਖਾਰ ਹੁੰਦਾ, ਥੋੜੀ ਜੀ ਸਰੀਰ ਟੁੱਟਦਾ ਹੈ, ਏਦਾਂ ਦੀ ਫੀਲਿੰਗ ਆਉਂਦੀ ਹੈ। ਸੋ ਦਿਸ ਇਜ਼ ਸਬ ਕਲੀਨਿਕਲ ਇਨਫੈਕਸ਼ਨ। ਐਂਡ ਕਿਲਡ ਮਾਈਕਰੋ ਆਰਗੈਨਿਜ਼ਮ ਦੇ ਵਿੱਚ ਪ੍ਰੋਪਰ ਵੈਕਸੀਨ ਦਾ ਆ ਜਾਂਦਾ ਕਿ ਵੈਕਸੀਨ ਦੇ ਵਿੱਚ ਜੋ RNA, ਜੋ ਕਿਲਡ ਮਾਈਕਰੋ ਆਰਗੈਨਿਜ਼ਮ ਵਾਇਰਸ ਹੁੰਦਾ ਹੈ, ਉਹ ਆਪਣੀ ਬੋਡੀ ਦੇ ਅੰਦਰ ਜਾ ਕੇ ਸੈਲਸ ਨਾਲ ਉਹਦੇ ਬਾਰੇ ਜਾਣਕਾਰੀ ਦਿੰਦਾ ਹੈ, ਤਾਂ ਫਿਰ ਆਪਣੀ ਬੋਡੀਜ਼ ਜਿਹੜੀਆਂ ਐਂਟੀਬੋਡੀਜ਼ ਪ੍ਰੋਡਿਊਸ ਕਰਦੀਆਂ ਨੇ, ਰਾਈਟ। ਸੋ ਬਾਈ ਹੈਵਿੰਗ ਦ ਡਿਜ਼ੀਜ਼ ਦੇ ਵਿੱਚ ਆ ਜਾਂਦਾ ਹੈ ਕਿ ਜਿਵੇਂ ਮੀਜ਼ਲਸ, ਮਮਸ, ਚਿਕਨ ਪੌਕਸ, ਇਹ ਸਾਰੀਆਂ ਬਿਮਾਰੀਆਂ ਹੋ ਗਈਆਂ, ਤਾਂ ਅਗਰ ਬਿਮਾਰੀ ਇੱਕ ਵਾਰੀ ਹੋ ਜਾਏ ਤਾਂ ਦੁਬਾਰਾ ਨਹੀਂ ਹੋਏਗੀ, ਕਿਉਂਕਿ ਆਪਣੀ ਬੋਡੀ ਨੇ ਸੈਕਿੰਡ ਇਨਫੈਕਸ਼ਨ ਹੋਣ ਹੀ ਨਹੀਂ ਦੇਣਾ, ਕਿਉਂਕਿ ਉਸਨੇ ਸੈਕਿੰਡ ਇਨਫੈਕਸ਼ਨ ਤੋਂ ਪਹਿਲਾਂ ਜਾਂ ਸੈਕਿੰਡ ਇਨਫੈਕਸ਼ਨ ਦੇ ਹੋਣ ਦੇ ਟਾਈਮ ਕਿ ਉਹ ਹੋਣ ਦੀ ਕੋਸ਼ਿਸ਼ ਕਰ ਰਿਹਾ ਪਰ ਹੋਊਗਾ ਨਹੀਂ, ਕਿਉਂਕਿ ਆਪਣੀ ਬੋਡੀ ਨੇ ਐਂਟੀਬੋਡੀਜ਼ ਪ੍ਰੋਡਿਊਸ ਕਰ ਲਈ ਹੈ। ਸੋ ਦਿਸ ਇਜ਼ ਆਲ ਅਬਾਊਟ ਐਕਟਿਵ ਇਮਿਊਨਿਟੀ। ਐਕਟਿਵ ਇਮਿਊਨਿਟੀ ਨੈਚੁਰਲ ਹੁੰਦੀ ਹੈ, ਲੌਂਗ ਲਾਸਟਿੰਗ ਹੁੰਦੀ ਹੈ, ਜ਼ਿਆਦਾ ਸਮੇਂ ਤੱਕ ਰਹਿੰਦੀ ਹੈ, ਤੇ ਆਪਣੀ ਬੋਡੀ ਇਸ ਦੇ ਵਿੱਚ ਐਂਟੀਬੋਡੀਜ਼ ਪ੍ਰੋਡਿਊਸ ਕਰਦੀ ਹੈ। ਐਂਟੀਬੋਡੀਜ਼ ਪ੍ਰੋਡਿਊਸ ਹੋਣ ਦੇ ਕਾਰਨ ਹੀ ਕੀ ਹੁੰਦਾ ਹੈ, ਆਪਣੀ ਬੋਡੀ ਅੱਗੇ ਤੋਂ ਅਟੈਕ ਵਾਸਤੇ ਬਚਾ ਰੱਖਦੀ ਹੈ। ਤੇ ਇਹ ਜਿਹਦੇ 3 ਤਰੀਕਿਆਂ ਨਾਲ ਇਹ ਇਮਿਊਨਿਟੀ ਡਿਵੈਲਪ ਹੁੰਦੀ ਹੈ, ਕਿੱਦਾਂ ਕਿੱਦਾਂ, ਇੱਕ ਤਾਂ ਬਿਮਾਰੀ ਹੋਣ ਦੇ ਨਾਲ, ਦੂਜਾ ਸਬ ਕਲੀਨਿਕਲ ਇਨਫੈਕਸ਼ਨ ਜਿਹਦੇ ਵਿੱਚ ਵੈਕਸੀਨ ਲੈਣ ਤੋਂ ਬਾਅਦ ਚ ਇਫੈਕਟਸ ਦਿਖਦੇ ਨੇ, ਬੁਖਾਰ ਹੁੰਦਾ, ਏਦਾਂ ਦੇ ਸਿੰਪਟਮਸ ਨਜ਼ਰ ਆਉਂਦੇ ਨੇ। ਥਰਡ ਇਜ਼ ਕਿਲਡ ਆਰਗੈਨਿਜ਼ਮਸ, ਯਾਨੀ ਕਿ ਜੋ ਵੈਕਸੀਨ ਐਕਚੁਅਲੀ ਅੰਦਰ ਜਾਂਦੀ ਹੈ, ਜਿਹਦੇ ਵਿੱਚ ਕਿਲਡ ਆਰਗੈਨਿਜ਼ਮਸ, ਉਹ ਵਾਲਾ ਮਾਈਕਰੋ ਆਰਗੈਨਿਜ਼ਮ ਹੀ ਹੁੰਦਾ ਹੈ ਜਿਸ ਕਾਰਨ ਬਿਮਾਰੀ ਫੈਲ ਰਹੀ ਹੈ, ਠੀਕ ਹੈ ਜੀ। ਨਾਓ ਵੀ ਕਮ ਟੂ ਪੈਸਿਵ ਔਰ ਆਰਟੀਫਿਸ਼ੀਅਲ ਇਮਿਊਨਿਟੀ। ਇਹਦੇ ਵਿੱਚ ਕੀ ਹੁੰਦਾ ਹੈ, ਰੈਡੀਮੇਡ ਐਂਟੀਬੋਡੀਜ਼, ਯਾਨੀ ਕਿ ਗਾਮਾ ਗਲੋਬੂਲਿਨਸ ਵੀ ਜਿਹਨੂੰ ਕਿਹਾ ਜਾਂਦਾ ਹੈ, ਉਹ ਹਿਊਮਨ ਜਾਂ ਫਿਰ ਐਨੀਮਲ ਸੀਰਮ ਤੋਂ ਲਏ ਜਾਂਦੇ ਆ, ਤੇ ਉਸ ਇਨਸਾਨ ਦੇ ਸੀਰਮ ਤੋਂ ਲਏ ਜਾਂਦੇ ਆ ਜਿਸ ਨੂੰ ਆਲਰੇਡੀ ਉਹ ਬਿਮਾਰੀ ਹੋ ਚੁੱਕੀ ਹੈ, ਉਹ ਵਾਲੀ ਇਨਫੈਕਸ਼ੀਅਸ ਡਿਜ਼ੀਜ਼ ਹੋ ਚੁੱਕੀ ਹੈ, ਤੇ ਦੂਜੇ ਹੈਲਦੀ ਪਰਸਨ ਦੀ ਬੋਡੀ ਦੇ ਵਿੱਚ ਇਮਿਊਨਿਟੀ ਡਿਵੈਲਪ ਕਰਨ ਵਾਸਤੇ ਇੰਜੈਕਟ ਕੀਤਾ ਜਾਂਦਾ ਹੈ। ਸੋ ਪੈਸਿਵ ਔਰ ਆਰਟੀਫਿਸ਼ੀਅਲ ਇਮਿਊਨਿਟੀ ਦੇ ਵਿੱਚ ਵੈਕਸੀਨ ਵੀ ਕਾਊਂਟ ਹੋ ਸਕਦੀ ਹੈ, ਮੋਸਟਲੀ ਨਹੀਂ ਹੁੰਦੀ। ਸੋ ਇਹਦੇ ਵਿੱਚ ਕੀ ਹੁੰਦਾ, ਰੈਡੀਮੇਡ ਐਂਟੀਬੋਡੀਜ਼, ਯਾਨੀ ਕਿ ਬਾਹਰ ਲੈਬ ਦੇ ਵਿੱਚ ਐਂਟੀਬੋਡੀਜ਼ ਬਣਾਈਆਂ ਜਾਂਦੀਆਂ ਨੇ, ਕਿਵੇਂ, ਗਾਮਾ ਗਲੋਬੂਲਿਨਸ ਦੇ ਨਾਮ ਨਾਲ ਹੁੰਦੀਆਂ ਨੇ, ਠੀਕ ਹੈ, ਕਿਉਂਕਿ ਜੋ ਆਪਣੀ ਬੋਡੀ ਦੇ ਵਿੱਚ ਬਣਦੇ ਆ ਉਹਨਾਂ ਨੂੰ ਇਮਿਊਨੋਗਲੋਬੂਲਿਨਸ ਕਿਹਾ ਜਾਂਦਾ ਹੈ। ਜੋ ਆਰਟੀਫਿਸ਼ੀਅਲ ਇਮਿਊਨਿਟੀ ਯਾਨੀ ਕਿ ਰੈਡੀਮੇਡ ਐਂਟੀਬੋਡੀਜ਼ ਆਪਾਂ ਪਾਉਂਦੇ ਆ, ਉਹਨੂੰ ਗਾਮਾ ਗਲੋਬੂਲਿਨਸ ਕਿਹਾ ਜਾਂਦਾ ਹੈ। ਉਹ ਕਿੱਦਾਂ ਆਉਂਦੀਆਂ ਨੇ, ਉਹ ਆਉਂਦੀਆਂ ਨੇ ਹਿਊਮਨ ਜਾਂ ਫਿਰ ਐਨੀਮਲ ਸੀਰਮ। ਹਿਊਮਨ ਯਾਨੀ ਕਿ ਇਨਸਾਨ ਜਾਂ ਫਿਰ ਜਾਨਵਰ ਦੇ ਖੂਨ, ਬਲੱਡ ਕਲੈਕਟ ਕਰਕੇ ਉਹਦੇ ਵਿੱਚ ਜਿਹੜਾ ਸੀਰਮ ਹੁੰਦਾ ਉਸ ਚੋਂ ਬਣਾਈਆਂ ਜਾਂਦੀਆਂ ਨੇ। ਕਿੱਦਾਂ ਬਣਾਈਆਂ ਜਾਂਦੀਆਂ ਨੇ, ਕਿਉਂਕਿ ਉਹ ਇਨਸਾਨ ਨੂੰ ਆਲਰੇਡੀ ਉਹ ਵਾਲੀ ਬਿਮਾਰੀ ਹੋ ਚੁੱਕੀ ਹੁੰਦੀ ਹੈ, ਉਹ ਵਾਲੀ ਬਿਮਾਰੀ ਹੋਣ ਦੇ ਕਾਰਨ ਆਪਾਂ ਉਹਦੇ ਵਿੱਚੋਂ ਕਲੈਕਟ ਕਰ ਸਕਦੇ ਹਾਂ, ਕਿਉਂਕਿ ਉਹਦੀ ਬੋਡੀ ਦੇ ਅੰਦਰ ਉਹ ਚੀਜ਼ ਆ ਚੁੱਕੀ ਹੈ, ਉਹ ਵਾਇਰਸ, ਉਹ ਬੈਕਟੀਰੀਆ, ਉਹ ਮਾਈਕਰੋ ਆਰਗੈਨਿਜ਼ਮ ਆ ਚੁੱਕਿਆ ਹੈ। ਇਸ ਕਰਕੇ ਉਹਦੇ ਸੀਰਮ, ਜਦੋਂ ਆਪਾਂ ਉਹਦਾ ਸੀਰਮ ਯੂਜ਼ ਕਰਾਂਗੇ ਐਂਟੀਬੋਡੀ ਬਣਾਉਣ ਲਈ, ਤਾਂ ਉਹ ਸਹੀ ਮਾਇਨੇ ਦੇ ਵਿੱਚ ਐਂਟੀਬੋਡੀ ਬਣਾ ਸਕੇਗਾ ਹੈਲਦੀ ਪਰਸਨ ਦੇ ਵਿੱਚ, ਠੀਕ ਹੈ ਜੀ। ਫਰੋਮ ਹਿਊਮਨ ਔਰ ਐਨੀਮਲ ਸੀਰਮ, ਕਿਸ ਦੇ ਐਨੀਮਲ ਸੀਰਮ ਤੋਂ, ਆਫ person recovered from infectious disease। ਫਿਰ ਇਹ ਕੀ ਹੁੰਦਾ ਹੈ, ਇਹ ਇੰਜੈਕਟ ਕਰ ਦਿੱਤਾ ਜਾਂਦਾ ਹੈ, ਇੰਜੈਕਟਡ ਟੂ ਹਿਊਮਨ ਬੋਡੀ। ਸੋ ਇਹ ਵਾਲੀ ਚੀਜ਼ ਬੇਸਿਕਲੀ ਕਿਦੇ ਕਿਦੇ ਵਿੱਚ ਯੂਜ਼ ਹੁੰਦੀ ਹੈ, ਜੋ ਰੈਡੀਮੇਡ ਐਂਟੀਬੋਡੀਜ਼ ਜਾਂ ਆਰਟੀਫਿਸ਼ੀਅਲ ਇਮਿਊਨਿਟੀ ਹੈ, ਇਹ ਹੁੰਦੀ ਹੈ ਮੀਜ਼ਲਸ ਦੇ ਵਿੱਚ, ਮਮਪਸ ਦੇ ਵਿੱਚ, ਹੈਪੇਟਾਈਟਿਸ ਦੇ ਵਿੱਚ, ਡਿਪਥੀਰੀਆ, ਟੈਟਨਸ, ਸਨੇਕ ਵਿਨੋਮ, ਸਕਾਰਲੈਟ ਫੀਵਰ,
ਰੇਬੀਜ਼, ਸੈਲਮਨੈਲਾ ਜੋ ਕਿ ਇੱਕ ਬੈਕਟੀਰੀਅਲ ਇਨਫੈਕਸ਼ਨ ਹੈ। ਸੋ ਇਹਨਾਂ ਦੇ ਅਗੇਂਸਟ ਆਰਟੀਫਿਸ਼ੀਅਲ ਇਮਿਊਨਿਟੀ ਡਿਵੈਲਪ ਕੀਤੀ ਜਾਂਦੀ ਹੈ। ਜਿਹੜੇ ਹਿਊਮਨ ਗਾਮਾ ਗਲੋਬੂਲਿਨਸ ਹੁੰਦੇ ਨੇ ਉਹ ਟੈਟਨਸ ਦੇ ਟ੍ਰੀਟਮੈਂਟ ਤੇ ਇਨਫੈਕਸ਼ੀਅਸ ਹੈਪੇਟਾਈਟਿਸ ਦੇ ਬਚਾਅ ਵਾਸਤੇ ਵੀ ਯੂਜ਼ ਕੀਤੇ ਜਾਂਦੇ ਨੇ। ਇਹਦੇ ਵਿੱਚ ਜਿਹੜੀ ਐਂਟੀਬਾਡੀਜ਼ ਇਨੋਕੂਲੇਟ ਯਾਨੀ ਕਿ ਇੰਜੈਕਟ ਕੀਤੀਆਂ ਜਾਂਦੀਆਂ ਨੇ ਉਹ ਐਜ਼ ਐਂਟੀਟੌਕਸਿਨ ਐਕਟ ਕਰਦੀਆਂ ਨੇ ਤੇ ਬੈਕਟੀਰੀਅਲ ਟੌਕਸਿਨ ਯਾਨੀ ਕਿ ਅਗਰ ਸੱਪ ਦਾ ਜ਼ਹਿਰ ਵੀ ਹੈ ਤਾਂ ਉਸਦੇ ਐਕਸ਼ਨ ਨੂੰ, ਉਸ ਟੌਕਸਿਨ ਨੂੰ ਨਿਊਟਰਲਾਈਜ਼ ਕਰਨ ਵਾਸਤੇ, ਉਸਦੇ ਟੌਕਸਿਸਿਟੀ ਨੂੰ ਘਟਾਉਣ ਵਾਸਤੇ ਜਾਂ ਖਤਮ ਕਰਨ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਇਹ ਐਂਟੀਬਾਡੀਜ਼ ਕੰਮ ਕਰਦੀਆਂ ਨੇ ਇਸ ਵਾਸਤੇ। ਸੋ ਫਸਟ ਆਫ ਆਲ ਆਪਾਂ ਲਿਖ ਲੈਂਦੇ ਹਾਂ ਕਿਹੜੀ ਕਿਹੜੀ ਡਿਜ਼ੀਜ਼ਿਸ ਦੇ ਅਗੇਂਸਟ, ਮੀਜ਼ਲਸ, ਮਮਸ, ਟੈਟਨਸ, ਸਨੇਕ ਵਿਨੋਮ। ਐਂਟੀਬਾਡੀਜ਼ ਜਿਹੜੀਆਂ ਨੇ ਐਜ਼ ਕੀ ਐਕਟ ਕਰਦੀਆਂ ਨੇ, ਐਂਟੀਟੌਕਸਿਨ ਯਾਨੀ ਕਿ ਟੌਕਸਿਨਸ ਦੇ ਅਗੇਂਸਟ। ਸੋ ਉਹਨਾਂ ਨੂੰ ਜੋ ਵੀ ਸਨੇਕ ਵਿਨੋਮ ਜਾਂ ਇੱਦਾਂ ਦੇ ਕਿਸੇ ਵੀ ਤਰ੍ਹਾਂ ਦੇ ਬੈਕਟੀਰੀਅਲ ਟੌਕਸਿਨਸ ਹੁੰਦੇ ਨੇ ਉਹ ਟੌਕਸਿਕ ਇਫੈਕਟ ਨੂੰ, ਉਸ ਡੇਂਜਰਸ ਜੋ ਇਫੈਕਟ ਹੁੰਦਾ ਹੈ ਉਸ ਨੂੰ ਰੋਕਣ ਵਾਸਤੇ, ਖਤਮ ਕਰਨ ਵਾਸਤੇ, ਨਿਊਟਰਲਾਈਜ਼ ਕਰਨ ਵਾਸਤੇ these antibodies are injected or inoculated into the human body। ਕੀ ਕਰਦੇ ਨੇ? neutralize bacterial toxins ਜਾਂ ਫਿਰ snake venom, ਸੱਪ ਦੇ ਜ਼ਹਿਰ ਦੇ ਵਿੱਚ ਵੀ ਟੌਕਸਿਨਸ ਹੁੰਦੇ ਨੇ ਸੋ ਉਹਨਾਂ ਨੂੰ ਨਿਊਟਰਲਾਈਜ਼ ਕਰਦੇ ਨੇ। ਰਾਈਟ ਨਾਓ ਹੁਣ ਇਹਨੂੰ ਦੋ ਤਰ੍ਹਾਂ ਨਾਲ ਯੂਜ਼ ਕੀਤਾ ਜਾਂਦਾ ਹੈ। ਇੱਕ ਤਾਂ ਹੋ ਗਿਆ ਪ੍ਰੋਫਾਈਲੈਕਟਿਕਲੀ ਜਾਂ ਫਿਰ ਥੈਰਾਪਿਊਟਿਕਲੀ। ਇਟ ਇਜ਼ ਯੂਜ਼ਡ ਆਈਦਰ ਪ੍ਰੋਫਾਈਲੈਕਟਿਕਲੀ ਔਰ ਥੈਰਾਪਿਊਟਿਕਲੀ, ਯਾਨੀ ਕਿ ਜਾਂ ਤਾਂ ਸਿੰਪਟਮਸ ਨੂੰ ਰੋਕਣ ਵਾਸਤੇ, ਆਈਦਰ ਟੂ ਡਿਮਿਨਿਸ਼ ਸਿੰਪਟਮਸ ਨੂੰ ਖਤਮ ਕਰਨ ਵਾਸਤੇ ਜਾਂ ਫਿਰ ਪ੍ਰੀਵੈਂਸ਼ਨ ਵਾਸਤੇ। ਠੀਕ ਹੈ, ਪ੍ਰੋਫਾਈਲੈਕਟਿਕਲੀ ਦੇ ਵਿੱਚ ਇਹ ਆ ਜਾਂਦਾ ਹੈ। ਥੈਰਾਪਿਊਟਿਕਲੀ ਯਾਨੀ ਕਿ ਉਸ ਡਿਜ਼ੀਜ਼ ਨੂੰ, ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ, ਠੀਕ ਕਰਨ ਵਾਸਤੇ। ਠੀਕ ਹੈ ਜੀ, ਡਿਜ਼ੀਜ਼ ਜਾਂ ਫਿਰ ਕੋਈ ਡਿਸਆਰਡਰ ਜੋ ਵੀ ਹੈ, ਬਿਮਾਰੀ ਨੂੰ ਖਤਮ ਕਰਨ ਵਾਸਤੇ ਪ੍ਰੋਪਰਲੀ। ਨਾਓ IgG ਯਾਨੀ ਕਿ ਇਮਿਊਨੋਗਲੋਬੁਲਿਨ ਜੀ ਜਿਹੜਾ ਹੈ ਉਹ ਟਰਾਂਸਪੋਰਟ ਕੀਤਾ ਜਾਂਦਾ ਥਰੂ ਦ ਪਲੇਸੈਂਟਾ ਟੂ ਪ੍ਰੋਵਾਈਡ ਪੈਸਿਵ ਇਮਿਊਨਿਟੀ ਟੂ ਦ ਡਿਵੈਲਪਿੰਗ ਫੀਟਸ। ਯਾਨੀ ਕਿ ਜਿਹੜੀ ਮਦਰਸ ਹੁੰਦੀਆਂ ਨੇ, ਜਦੋਂ ਹਜੇ ਬੇਬੀ ਹਜੇ ਇਨ ਦ ਵੂਮ ਹੁੰਦਾ, ਇਨ ਦ ਮਦਰਸ ਮਤਲਬ ਮਦਰ ਦੇ ਅੰਦਰ ਹੁੰਦਾ ਹਜੇ ਜਦੋਂ ਬੇਬੀ, ਤਾਂ IgG ਯਾਨੀ ਕਿ ਇਮਿਊਨੋਗਲੋਬੁਲਿਨ ਜੀ ਜੋ ਹੈ ਉਹ ਟਰਾਂਸਪੋਰਟ ਕਰਾਈ ਜਾਂਦੀ ਹੈ ਟੂ ਦ ਪਲੇਸੈਂਟਾ ਯਾਨੀ ਕਿ ਬੱਚੇ ਦੇ ਵਿੱਚ, ਟੂ ਪ੍ਰੋਵਾਈਡ ਪੈਸਿਵ ਇਮਿਊਨਿਟੀ, ਪੈਸਿਵ ਇਮਿਊਨਿਟੀ ਪੈਦਾ ਕਰਨ ਵਾਸਤੇ, ਯਾਨੀ ਕਿ ਆਰਟੀਫਿਸ਼ੀਅਲ ਇਮਿਊਨਿਟੀ ਦਿੰਦੇ ਨੇ ਫੀਟਸ ਨੂੰ। ਠੀਕ ਹੈ ਜੀ, ਟੂ ਦ ਡਿਵੈਲਪਿੰਗ ਫੀਟਸ। ਜਿਹੜੀ ਨਰਸਿੰਗ ਮਦਰਸ ਹੁੰਦੀਆਂ ਨੇ ਯਾਨੀ ਕਿ ਹਜੇ ਨਿਊਬੋਰਨ ਬੇਬੀਜ਼ ਹੁੰਦੇ ਨੇ ਜੋ ਕਿ ਮਦਰ ਦਾ ਮਿਲਕ ਪੀਂਦੇ ਨੇ, ਉਹ ਮਿਲਕ ਦੇ ਵਿੱਚੋਂ ਵੀ ਬੱਚਿਆਂ ਨੂੰ ਇਮਿਊਨੋਗਲੋਬੁਲਿਨਸ ਯਾਨੀ ਕਿ ਇਮਿਊਨਿਟੀ ਮਿਲਦੀ ਹੈ। ਉਹਦੇ ਵਿੱਚ ਕਿਹੜੀ ਮਿਲਦੀ ਹੈ? IgA। ਸੋ ਥੀਜ਼ ਆਰ ਐਂਟੀਬਾਡੀਜ਼। ਇਹ ਵਾਲੀ ਐਂਟੀਬਾਡੀਜ਼ ਜਿਹੜੀਆਂ ਨੇ ਫਰੋਮ ਮਦਰ ਟੂ ਚਾਈਲਡ ਜਾਂਦੀਆਂ ਨੇ, ਜਾਂ ਬਰਥ ਤੋਂ ਪਹਿਲਾਂ ਜਾਂ ਬਰਥ ਤੋਂ ਬਾਅਦ। ਠੀਕ ਹੈ, ਇਹ ਜਿਹੜੀ ਹੋ ਗਈ, ਇਹ ਹਜੇ ਬਰਥ ਨਹੀਂ ਹੋਇਆ ਹੁੰਦਾ ਤਾਂ ਜਾਂਦੀ ਹੈ। ਐਂਡ ਦਿਸ IgA ਐਂਟੀਬਾਡੀ ਜਿਹੜੀ ਹੈ ਉਹ ਇਨਫੈਂਟਸ ਨੂੰ ਜਾਂਦੀ ਹੈ। ਕਿੱਦਾਂ ਜਾਂਦੀ ਹੈ? ਥਰੂ ਮਦਰਸ ਮਿਲਕ।
ਯਾਨੀ ਕਿ ਇਸਨੂੰ ਇਹਦਾ ਮੇਨ ਵਰਡ ਜੋ ਹੈ ਉਸਨੂੰ ਕੋਲੋਸਟ੍ਰਮ ਕਿਹਾ ਜਾਂਦਾ ਹੈ। ਇਹਦੇ ਥਰੂ IgA ਟ੍ਰਾਂਸਫਰ ਹੁੰਦੀ ਹੈ ਐਂਟੀਬॉडी, ਜੋ ਕਿ ਟੈਂਪਰੇਰੀ ਇਮਿਊਨਿਟੀ ਪ੍ਰੋਵਾਈਡ ਕਰਦੀ ਹੈ ਇਨਫੈਂਟ ਨੂੰ। This provides temporary immunity। ਇਹਦੇ ਵਿੱਚ ਪੈਸਿਵ ਇਮਿਊਨਿਟੀ ਪ੍ਰੋਵਾਈਡ ਕਰਦੀ ਹੈ IgG ਦੇ ਵਿੱਚ, IgA ਦੇ ਵਿੱਚ ਟੈਂਪਰੇਰੀ ਇਮਿਊਨਿਟੀ ਪ੍ਰੋਵਾਈਡ ਕਰਦੀ ਹੈ। ਨਾਓ ਜਿਹੜੇ ਬੱਚੇ ਬੋਟਲ ਤੋਂ ਦੁੱਧ ਪੀਂਦੇ ਨੇ ਉਹਨਾਂ ਨੂੰ ਇਹ ਫਾਇਦਾ ਨਹੀਂ ਹੋ ਪਾਉਂਦਾ। ਦੋ ਪੈਸਿਵ ਇਮਿਊਨਿਟੀ ਜਿਹੜੀ ਹੈ ਉਹ ਇਮੀਡੀਏਟ ਰਿਲੀਫ ਤਾਂ ਦਿੰਦੀ ਹੈ, ਪਰ ਉਹਦੇ ਨਾਲ ਕਾਫੀ ਜ਼ਿਆਦਾ ਪ੍ਰੋਬਲਮਸ ਹੋ ਸਕਦੀਆਂ ਨੇ। ਯਾਨੀ ਕਿ ਜੋ ਆਰਟੀਫਿਸ਼ੀਅਲ ਇਮਿਊਨਿਟੀ ਦਿੱਤੀ ਜਾਂਦੀ ਹੈ, ਐਂਟੀਬॉडीज ਆਰਟੀਫਿਸ਼ੀਅਲ ਪਾਈਆਂ ਜਾਂਦੀਆਂ ਨੇ, ਉਹਦੇ ਨਾਲ ਰਿਲੀਫ ਯਾਨੀ ਕਿ ਉਸਨੂੰ ਉਸ ਤੋਂ ਜੋ ਵੀ ਉਹਨੂੰ ਪ੍ਰੋਬਲਮ ਹੈ ਉਸ ਤੋਂ ਬਚਾਅ ਤਾਂ ਹੁੰਦਾ ਹੈ ਉਸ ਟਾਈਮ ਤੇ ਤਾਂ ਠੀਕ ਹੋ ਜਾਂਦਾ ਹੈ, ਪਰ ਬਾਅਦ ਚੋਂ ਕਾਫੀ ਪ੍ਰੋਬਲਮਸ ਹੋ ਸਕਦੀਆਂ ਨੇ। ਕਿਵੇਂ? ਕਿਉਂਕਿ ਉਹ ਲੌਂਗ ਲਾਸਟਿੰਗ ਨਹੀਂ ਹੁੰਦੀ, ਜ਼ਿਆਦਾ ਲੰਬੇ ਸਮੇਂ ਤੱਕ ਨਹੀਂ ਰਹਿੰਦੀ ਉਹ ਇਮਿਊਨਿਟੀ। ਤੇ ਜ਼ਰੂਰੀ ਨਹੀਂ ਕਿ ਉਹ ਐਂਟੀਬॉडीज ਜੋ ਆਪਾਂ ਪਾ ਰਹੇ ਹਾਂ ਆਰਟੀਫਿਸ਼ੀਅਲੀ, ਉਹ ਜ਼ਰੂਰੀ ਨਹੀਂ ਕਿ ਉਹਦੀ ਬੋਡੀ ਅਸੈਪਟ ਕਰੇ, ਉਹਦੀ ਬੋਡੀ ਉਹਦੇ ਅਗੇਂਸਟ ਐਕਸ਼ਨ ਵੀ ਲੈ ਸਕਦੀ ਹੈ। ਜ਼ਰੂਰੀ ਨਹੀਂ ਕਿ ਉਸ ਐਂਟੀਬॉडी ਦਾ ਅਸਰ ਸਹੀ ਹੋਵੇ ਹੀ ਹੋਵੇ, ਕਈ ਵਾਰ ਗਲਤ ਰਿਐਕਸ਼ਨ ਵੀ ਹੋ ਜਾਂਦੇ ਹੁੰਦੇ ਨੇ। ਤੇ ਬੋਡੀ ਜਿਹੜੀ ਹੈ ਉਸ ਜੋ ਆਪਾਂ ਆਰਟੀਫਿਸ਼ੀਅਲ ਐਂਟੀਬॉडी ਅਸਲ ਦੇ ਵਿੱਚ ਤਾਂ ਆਪਾਂ ਆਪਣੇ ਸੇਫ ਸਾਈਡ ਲਈ ਪਾ ਰਹੇ ਹਾਂ, ਆਪਾਂ ਸੇਫਟੀ ਦੇਣ ਵਾਸਤੇ ਪਾ ਰਹੇ ਆ, ਪਰ ਕਈ ਵਾਰ ਕੀ ਹੁੰਦਾ ਹੈ ਕਿ ਉਹ ਐਂਟੀਬॉडीज ਦੇ ਅਗੇਂਸਟ ਆਪਣੀ ਬੋਡੀ ਐਂਟੀਬॉडी ਪ੍ਰੋਡਿਊਸ ਕਰ ਲੈਂਦੀ ਹੈ। ਕਿਉਂਕਿ ਆਪਣੀ ਬੋਡੀ ਉਸਨੂੰ ਫੌਰਨ ਸਮਝਣ ਲੱਗ ਜਾਂਦੀ ਹੈ, ਉਹਨੂੰ ਐਜ਼ ਐਨ ਐਂਟੀਜਨ ਸਮਝਣ ਲੱਗ ਜਾਂਦੀ ਹੈ, ਤੇ ਫਿਰ ਆਪਣੀ ਬੋਡੀ ਅਲੱਗ ਤੋਂ ਉਸ ਐਂਟੀਬॉडी ਲਈ ਐਂਟੀਬॉडी ਪ੍ਰੋਡਿਊਸ ਕਰਨ ਲੱਗ ਜਾਂਦੀ ਹੈ ਤਾਂ ਕਿ ਉਸਨੂੰ ਡਿਸਟਰੋਏ ਕਰ ਸਕੇ। ਕਿਉਂਕਿ ਉਹਨੂੰ ਉਹਦੇ ਨਾਲ ਆਪਣਾਪਨ ਨਹੀਂ ਲੱਗਦਾ, ਉਹਨੂੰ ਲੱਗਦਾ ਹੈ ਕਿ ਇਹ ਬਾਹਰਲੀ ਚੀਜ਼ ਹੈ, ਇਹ ਮੇਰੀ ਬੋਡੀ ਨੂੰ ਖਰਾਬ ਕਰਨ ਆਈ ਹੈ, ਉਹਨੂੰ ਗਲਤ ਸਮਝ ਲੈਂਦੀ ਹੈ ਤੇ ਫਿਰ ਉਸਨੂੰ ਆਪਣੀ ਬੋਡੀ ਜਿਹੜੀ ਹੈ ਉਹਦੇ ਅਗੇਂਸਟ ਐਂਟੀਬॉडीज ਬਣਾ ਕੇ ਉਸਨੂੰ ਡਿਸਟਰੋਏ ਕਰਨ ਦੀ, ਖਤਮ ਕਰਨ ਦੀ, ਖਰਾਬ ਕਰਨ ਦੀ ਕੋਸ਼ਿਸ਼ ਕਰਦੀ ਹੈ। ਸੋ ਆਪਾਂ ਇੱਥੇ ਇਹਦੇ ਡੀਮੈਰਿਟਸ ਜਾਂ ਡਿਸਐਡਵਾਂਟੇजेस ਵੀ ਕਹਿ ਕੇ ਲਿਖ ਸਕਦੇ ਹਾਂ। ਕਿਸਦੇ? ਡੀਮੈਰਿਟਸ ਆਫ ਪੈਸਿਵ ਇਮਿਊਨਿਟੀ ਜਾਂ ਆਰਟੀਫਿਸ਼ੀਅਲ ਇਮਿਊਨਿਟੀ। ਕੀ ਇਹਦੇ ਦੁਰਪ੍ਰਭਾਵ ਹੋ ਸਕਦੇ ਨੇ? ਸੋ ਫਸਟ ਇਜ਼ it is not long lasting। second is ਹੁਣ not long lasting ਦੇ ਵਿੱਚ ਇਹਦੀ ਕੁਝ ਟਾਈਮ ਲਿਮਿਟ ਹੋਏਗੀ, ਮੈਕਸਿਮਮ ਟੂ ਮੈਕਸਿਮਮ 3 ਮਹੀਨਿਆਂ ਵਾਸਤੇ ਹੁੰਦੀ ਹੈ ਇਹ ਇਮਿਊਨਿਟੀ, ਇਸ ਤੋਂ ਵੱਧ ਨਹੀਂ ਹੁੰਦੀ। ਠੀਕ ਹੈ। ਸੈਕਿੰਡ ਕੀ ਪ੍ਰੋਬਲਮ ਆ ਸਕਦੀ ਹੈ? ਰਿਐਕਸ਼ਨ ਹੋ ਸਕਦਾ ਹੈ, ਕੁਛ ਉਲਟਾ ਸਿੱਧਾ ਰਿਐਕਸ਼ਨ ਹੋ ਸਕਦਾ ਹੈ ਆਪਣੀ ਬੋਡੀ ਦਾ, ਤੇ ਉਹਦੇ ਕਾਰਨ ਕੀ ਹੋਏਗਾ? ਆਪਣੀ ਬੋਡੀ ਐਂਟੀਬॉडीज ਪ੍ਰੋਡਿਊਸ ਕਰੇਗੀ, body produces antibodies against the artificial ones। foreign antibodies ਵੀ ਕਹਿ ਸਕਦੇ ਹਾਂ, against foreign antibodies and destroy them। ਉਹਨਾਂ ਨੂੰ ਖਤਮ ਕਰ ਦਿੰਦੀ ਹੈ। ਠੀਕ ਹੈ ਜੀ। this is all about ਪੈਸਿਵ ਇਮਿਊਨਿਟੀ। ਪਹਿਲਾਂ ਆਪਾਂ ਗੱਲ ਕੀਤੀ ਐਕਵਾਇਰਡ ਇਮਿਊਨਿਟੀ ਬਾਰੇ। ਐਕਵਾਇਰਡ ਇਮਿਊਨਿਟੀ ਦੇ ਵਿੱਚ ਆਪਾਂ ਫਸਟ ਆਫ ਆਲ ਦੇਖਿਆ ਕਿ ਉਹ ਆਪਣੇ ਲਾਈਫ ਟਾਈਮ ਦੇ ਡਿਊਰਿੰਗ ਡਿਵੈਲਪ ਹੁੰਦੀ ਹੈ ਤੇ ਮੈਮਰੀ ਸੈਲਸ ਪ੍ਰੋਡਿਊਸ ਹੁੰਦੇ ਨੇ, ਯਾਨੀ ਕਿ ਆਪਣੇ ਉਸ ਬਿਮਾਰੀ ਨੂੰ ਯਾਦ ਰੱਖਿਆ ਜਾਂਦਾ ਹੈ। ਫਿਰ
ਸੈਕਿੰਡ ਇਨਫੈਕਸ਼ਨ ਵੇਲੇ ਐਂਟੀਬਾਡੀਜ਼ ਪ੍ਰੋਡਿਊਸ ਹੁੰਦੀਆਂ ਨੇ। ਬੇਸਿਕਲੀ ਇਹਦੇ ਅਕਵਾਇਰਡ ਇਮਿਊਨਿਟੀ ਦੇ ਦੋ ਕਰੈਕਟਰਿਸਟਿਕਸ ਨੇ, ਇੱਕ ਤਾਂ ਪੈਥੋਜਨ ਸਪੈਸੀਫਿਸਿਟੀ, ਯਾਨੀ ਕਿ ਹਰ ਇੱਕ ਤਰ੍ਹਾਂ ਦੇ ਪੈਥੋਜਨ ਐਂਟੀਜਨ ਵਾਸਤੇ ਡਿਫਰੈਂਟ ਐਂਟੀਬਾਡੀਜ਼ ਯਾਨੀ ਕਿ ਸਪੈਸੀਫਿਕ ਐਂਟੀਬਾਡੀਜ਼ ਬਣਦੀਆਂ ਨੇ। ਦੂਜਾ ਮੈਮਰੀ ਕਿ ਉਹ ਯਾਦ ਰੱਖਦੀ ਹੈ। ਫਿਰ ਐਕਵਾਇਰਡ ਇਮਿਊਨਿਟੀ ਦੋ ਤਰ੍ਹਾਂ ਦੀ ਆ ਜਾਂਦੀ ਹੈ, ਐਕਟਿਵ ਤੇ ਪੈਸਿਵ। ਐਕਟਿਵ ਦੇ ਵਿੱਚ ਐਕਟਿਵ ਨੂੰ ਨੈਚੁਰਲ ਵੀ ਕਿਹਾ ਜਾਂਦਾ ਹੈ, ਉਹ ਕਾਫੀ ਲੰਬੇ ਸਮੇਂ ਵਾਸਤੇ ਰਹਿੰਦੀ ਹੈ ਤੇ ਐਂਟੀਬਾਡੀਜ਼ ਉਹਦੇ ਵਿੱਚ ਪ੍ਰੋਡਿਊਸ ਹੋ ਜਾਂਦੀਆਂ ਨੇ। ਤਿੰਨ ਤਰ੍ਹਾਂ ਨਾਲ ਕੰਮ ਕਰਦੀ ਹੈ। ਪਹਿਲਾ ਕਿ ਬਿਮਾਰੀ ਹੋ ਜਾਂਦੀ ਹੈ ਜਦੋਂ, ਤਾਂ ਫਿਰ ਸੈਕਿੰਡ ਟਾਈਮ ਉਹ ਬਿਮਾਰੀ ਨਹੀਂ ਹੁੰਦੀ ਕਿਉਂਕਿ ਉਹ ਆਪਣੇ ਮੈਮਰੀ ਸੈਲਸ ਜਿਹੜੇ ਆ ਉਹਨੂੰ ਯਾਦ ਰੱਖ ਲੈਂਦੇ ਆ ਇਮਿਊਨ ਸਿਸਟਮ ਦੇ। ਸੈਕਿੰਡ ਇਜ਼ ਸਬ ਕਲੀਨਿਕਲ ਇਨਫੈਕਸ਼ਨ, ਵੈਕਸੀਨ ਕਰਕੇ ਕੋਈ ਉਸਦਾ ਇਫੈਕਟ ਸ਼ੋ ਹੁੰਦਾ ਹੈ, ਕੁਝ ਸਿੰਪਟਮਸ ਸ਼ੋ ਹੁੰਦੇ ਨੇ। ਥਰਡ ਇਜ਼ ਕਿਲਡ ਮਾਈਕਰੋ ਆਰਗੈਨਿਜ਼ਮ, ਜੋ ਐਕਚੁਅਲੀ ਵੈਕਸੀਨ ਦਿੱਤੀ ਗਈ ਹੈ, ਵੈਕਸੀਨ ਦੇ ਵਿੱਚ ਕਿਲਡ ਮਾਈਕਰੋ ਆਰਗੈਨਿਜ਼ਮਸ ਯੂਜ਼ ਕੀਤੇ ਜਾਂਦੇ ਨੇ ਤੇ ਜਾਂ ਫਿਰ ਕਹਿ ਲਓ ਡੀਟੌਕਸੀਫਾਈਡ ਟੌਕਸਿਨਸ ਯੂਜ਼ ਕੀਤੇ ਜਾਂਦੇ ਨੇ, ਯਾਨੀ ਕਿ ਐਕਚੁਅਲੀ ਟੌਕਸਿਨਸ ਹੁੰਦੇ ਨੇ ਪਰ ਉਹਨਾਂ ਦਾ ਟੌਕਸਿਕ ਇਫੈਕਟ ਖਤਮ ਕਰਕੇ ਫਿਰ ਐਜ਼ ਵੈਕਸੀਨ ਬਣਾ ਕੇ ਆਪਣੀ ਬੋਡੀ ਦੇ ਅੰਦਰ ਪਾਇਆ ਜਾਂਦਾ। ਫਿਰ ਆਪਣੀ ਬੋਡੀ ਉਹਦੇ ਅਗੇਂਸਟ ਐਂਟੀਬਾਡੀਜ਼ ਬਣਾ ਕੇ ਤੇ ਹਮੇਸ਼ਾ ਯਾਦ ਰੱਖਦੀ ਹੈ ਇਨਫੈਕਸ਼ਨ ਹੋਣ ਤੋਂ ਪਹਿਲਾਂ ਹੀ। ਠੀਕ ਹੈ। ਦੈਨ ਸੈਕਿੰਡ ਇਜ਼ ਪੈਸਿਵ ਜਾਂ ਆਰਟੀਫਿਸ਼ੀਅਲ ਇਮਿਊਨਿਟੀ। ਇਹਦੇ ਵਿੱਚ ਬਣੀਆਂ ਬਣਾਈਆਂ ਐਂਟੀਬਾਡੀਜ਼ ਜਿਨ੍ਹਾਂ ਨੂੰ ਗਾਮਾ ਗਲੋਬੂਲਿਨਸ ਵੀ ਕਿਹਾ ਜਾਂਦਾ, ਉਹ ਬੋਡੀ ਦੇ ਵਿੱਚ ਇੰਜੈਕਟ ਕੀਤੀਆਂ ਜਾਂਦੀਆਂ ਨੇ। ਕਿਉਂ ਤੇ ਉਹ ਬਣਦੀਆਂ ਕਿਸ ਤੋਂ ਨੇ? ਹਿਊਮਨ ਜਾਂ ਫਿਰ ਐਨੀਮਲ ਸੀਰਮ ਤੋਂ। ਕਿਸ ਬੰਦੇ ਦੇ ਸੀਰਮ ਤੋਂ ਜਾਂ ਕਿਸ ਜਾਨਵਰ ਦੇ ਸੀਰਮ ਤੋਂ ਜਿਸ ਨੂੰ ਇਹ ਇਨਫੈਕਸ਼ਨ ਆਲਰੇਡੀ ਹੋ ਚੁੱਕਿਆ ਹੁੰਦਾ, ਜਿਸ ਦੇ ਲਈ ਆਪਾਂ ਐਂਟੀਬਾਡੀਜ਼ ਬਣਾਉਣੀਆਂ ਨੇ। ਠੀਕ ਹੈ। ਫਿਰ ਉਹ ਐਂਟੀਬਾਡੀਜ਼ ਬਣਾ ਕੇ ਹਿਊਮਨ ਬੋਡੀ ਦੇ ਵਿੱਚ ਪਾਈਆਂ ਜਾਂਦੀਆਂ ਨੇ ਤਾਂ ਕਿ ਉਹ ਇਨਫੈਕਸ਼ਨ ਦੇ ਅਗੇਂਸਟ ਕੰਮ ਕਰ ਸਕਣ। ਤੇ ਕਿਹੜੇ ਕਿਹੜੇ ਇਨਫੈਕਸ਼ਨ ਹੋ ਸਕਦੇ ਨੇ? ਮੀਜ਼ਲਸ, ਮਮਸ, ਟੈਟਨਸ, ਸਨੇਕ ਵਿਨੋਮ, ਸਕਾਰਲੇਟ ਫੀਵਰ, ਰੇਬੀਜ਼, ਸੈਲਮਨੇਲਾ, ਇਨਫੈਕਸ਼ੀਅਸ ਹੈਪੇਟਾਈਟਿਸ। ਠੀਕ ਹੈ। ਦੈਨ ਐਂਟੀਬਾਡੀਜ਼ ਜਾਂ ਐਂਟੀਟੌਕਸਿਨਸ ਆ ਜਾਂਦੇ ਨੇ ਜੋ ਕਿ ਆਪਣੇ ਬੋਡੀ ਦੇ ਇਹਦੇ ਵਿੱਚ ਹੀ ਆਉਂਦੇ ਨੇ। ਇਹ ਪੈਸਿਵ ਜਾਂ ਆਰਟੀਫਿਸ਼ੀਅਲ ਇਮਿਊਨਿਟੀ ਦੇ ਅੰਡਰ ਹੀ ਆਉਂਦੇ ਨੇ। ਐਂਟੀਬਾਡੀਜ਼ ਜਿਹੜੀਆਂ ਆਪਾਂ ਪਾ ਰਹੇ ਹਾਂ ਬੋਡੀ ਦੇ ਵਿੱਚ ਆਰਟੀਫਿਸ਼ੀਅਲ, ਉਹ ਕੀ ਕਰਦੀਆਂ ਨੇ? ਉਹ ਬੈਕਟੀਰੀਅਲ ਟੌਕਸਿਨ ਜਾਂ ਫਿਰ ਸੱਪ ਦਾ ਜ਼ਹਿਰ ਜੋ ਵੀ ਸਨੇਕ ਵਿਨੋਮ ਹੈ ਉਸ ਦੇ ਇਫੈਕਟ ਨੂੰ ਖਤਮ ਕਰਨ ਲਈ, ਨਿਊਟਰਲਾਈਜ਼ ਕਰਨ ਵਾਸਤੇ ਪਾਈਆਂ ਜਾਂਦੀਆਂ ਨੇ। ਦੋ ਤਰ੍ਹਾਂ ਨਾਲ ਯੂਜ਼ ਹੁੰਦੀਆਂ ਨੇ, ਇੱਕ ਤਾਂ ਪ੍ਰੋਫਾਈਲੈਕਟਿਕਲੀ ਯਾਨੀ ਕਿ ਜਾਂ ਤਾਂ ਸਿੰਪਟਮਸ ਨੂੰ ਖਤਮ ਕਰਦੀਆਂ ਜਾਂ ਫਿਰ ਬਚਾਅ ਕਰਦੀਆਂ ਨੇ ਬਿਮਾਰੀ ਤੋਂ। ਐਂਡ ਸੈਕਿੰਡ ਵੇ ਇਜ਼ ਥੈਰਾਪਿਊਟਿਕਲੀ, ਪ੍ਰੋਪਰਲੀ ਉਸ ਬਿਮਾਰੀ ਨੂੰ, ਉਸ ਡਿਜ਼ੀਜ਼ ਨੂੰ ਖਤਮ ਕਰਦੀਆਂ ਨੇ ਜੜੋਂ ਦੀ। ਠੀਕ ਹੈ। ਦੈਨ ਆਪਣੀ ਬੋਡੀ ਦੇ ਵਿੱਚ ਜੋ ਐਂਟੀਬਾਡੀਜ਼ ਹੁੰਦੀਆਂ ਨੇ IgG ਤੇ IgA, ਇਹ ਮਦਰ ਟੂ ਚਾਈਲਡ ਜਾਂਦੀਆਂ ਨੇ। ਐਂਡ IgG ਜਿਹੜੀ ਹੈ ਉਹ ਥਰੂ ਪਲੇਸੈਂਟਾ ਜਾਂਦੀ ਹੈ ਫੀਟਸ ਦੇ ਵਿੱਚ। ਠੀਕ ਹੈ, ਯਾਨੀ ਕਿ ਡਿਵੈਲਪਿੰਗ ਬੇਬੀ ਦੇ ਵਿੱਚ। ਐਂਡ IgA ਐਂਟੀਬਾਡੀ ਜਿਹੜੀ ਹੈ ਉਹ ਥਰੂ ਕਲੋਸਟਰਮ ਯਾਨੀ ਕਿ ਮਦਰਸ ਮਿਲਕ ਟੂ ਇਨਫੈਂਟ ਨਿਊਬੋਰਨ ਬੇਬੀ ਜਿਹੜਾ ਹੁੰਦਾ ਉਹਦੇ ਵਿੱਚ ਜਾਂਦੀ ਹੈ। ਐਂਡ IgG ਜਿਹੜੀ ਹੈ ਉਹ ਪੈਸਿਵ ਇਮਿਊਨਿਟੀ ਡਿਵੈਲਪ ਕਰਦੀ ਹੈ ਐਂਡ IgA ਜਿਹੜੀ ਹੈ ਉਹ ਟੈਂਪਰੇਰੀ ਇਮਿਊਨਿਟੀ ਡਿਵੈਲਪ ਕਰਦੀ ਹੈ। ਫਿਰ ਪੈਸਿਵ ਇਮਿਊਨਿਟੀ ਦੇ ਕੁਝ ਦੁਸ਼ਪ੍ਰਭਾਵ ਨੇ, ਕੁਝ ਡੀਮੈਰਿਟਸ ਜਾਂ ਡਿਸਐਡਵਾਂਟੇजेस ਨੇ ਕਿ ਫਸਟ ਇਜ਼ ਇੱਕ ਤਾਂ ਇਹ ਲੌਂਗ ਲਾਸਟਿੰਗ ਨਹੀਂ ਹੁੰਦੀ, ਯਾਨੀ ਕਿ 3 ਮਹੀਨਿਆਂ ਤੋਂ ਵੱਧ ਇਹ ਨਹੀਂ ਯਾਦ ਰੱਖ ਪਾਉਂਦੇ ਆਪਣੇ ਮੈਮਰੀ ਸੈਲਸ ਕਿਉਂਕਿ ਇਹ ਇਮਿਊਨਿਟੀ ਜਿਹੜੀ ਹੈ ਆਰਟੀਫਿਸ਼ੀਅਲ ਹੁੰਦੀ ਹੈ। ਕਿਉਂਕਿ ਐਕਚੁਅਲ ਦੇ ਵਿੱਚ ਇਹ ਐਂਟੀਬਾਡੀਜ਼ ਨੇ ਯਾਦ ਰੱਖਣਾ ਹੁੰਦਾ। ਜਿਹੜੀ ਪੈਸਿਵ ਇਮਿਊਨਿਟੀ ਜੋ ਆਪਾਂ ਪਾਈਆਂ ਅੰਦਰ, ਤਾਂ ਉਹ 3 ਮਹੀਨੇ ਤੋਂ ਬਾਅਦ ਐਕਟ ਨਹੀਂ ਕਰਦੀਆਂ, ਕੰਮ ਨਹੀਂ ਕਰਦੀਆਂ। ਸੈਕਿੰਡ ਇਜ਼ ਉਹ ਕੋਈ ਐਸਾ ਬੋਡੀ ਦੇ ਵਿੱਚ ਰਿਐਕਸ਼ਨ ਹੋ ਸਕਦਾ ਹੈ ਉਹਨਾਂ ਆਰਟੀਫਿਸ਼ੀਅਲ ਐਂਟੀਬਾਡੀਜ਼ ਦੇ ਕਾਰਨ ਕਿ ਆਪਣੀ ਬੋਡੀ ਉਹਨਾਂ ਨੂੰ ਫੋਰਨ ਐਂਟੀਬਾਡੀਜ਼ ਸਮਝਦੀ ਹੈ, ਤਾਂ ਉਹ ਉਹਨਾਂ ਨੂੰ ਆਪਣੀ ਬੋਡੀ ਦੇ ਇਮਿਊਨ ਸਿਸਟਮ ਨੂੰ ਲੱਗਦਾ ਹੈ ਕਿ ਇਹ ਆਪਣੀ ਬੋਡੀ ਨੂੰ ਖਰਾਬ ਕਰਨ ਆਈਆਂ ਨੇ ਐਂਟੀਬਾਡੀਜ਼, ਤਾਂ ਉਹਦੇ ਅਗੇਂਸਟ ਅਲੱਗ ਤੋਂ ਐਂਟੀਬਾਡੀਜ਼ ਬਣਾ ਕੇ ਉਹਨਾਂ ਨੂੰ ਫੋਰਨ ਐਂਟੀਬਾਡੀਜ਼ ਨੂੰ ਖਤਮ ਕਰਨ ਦੀ, ਡਿਸਟਰੋਏ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੋ ਦਿਸ ਵਾਜ਼ ਆਲ ਅਬਾਊਟ ਟੂਡੇ ਐਕਵਾਇਰਡ ਇਮਿਊਨਿਟੀ। ਆਈ ਹੋਪ ਤੁਹਾਨੂੰ ਸਾਰਾ ਕਲੀਅਰ ਹੋ ਗਿਆ ਹੋਏਗਾ। ਜੇ ਕੁਝ ਨਹੀਂ ਹੋਇਆ ਯੂ ਕੈਨ ਆਸਕ ਮੀ। ਥੈਂਕ ਯੂ।